ਬਾਦਲ ਪਰਿਵਾਰ ਦੀ ਕੀ ਸੈਟਿੰਗ ਹੋ ਗਈ ਹੈ ਕੈਪਟਨ ਅਮਰਿੰਦਰ ਸਿੰਘ ਨਾਲ? ਬੜਾ ਰੌਲਾ ਪੈ ਰਿਹਾ। ਸੈਟਿੰਗ ਤਾਂ ਸਾਡੀ ਪੰਜਾਬ ਦੇ ਲੋਕਾਂ ਨਾਲ, ਕੈਪਟਨ ਅਮਰਿੰਦਰ ਸਿੰਘ ਨਾਲ ਤਾਂ ਉਹਦਾ ਆਪਦਾ ਪਰਿਵਾਰ ਨਹੀਂ ਸੈੱਟ ਤੇ ਕਿਸੇ ਹੋਰ ਦੀ ਸੈਟਿੰਗ ਦਾ ਕੀ। 4 ਸਾਲ 'ਚ ਕੈਪਟਨ ਸਾਹਿਬ ਦੀ ਕੋਈ ਪ੍ਰਾਪਤੀ ਆ? ਸਾਡੇ ਸਮੇਂ 'ਚ ਇਹ ਘਟਨਾਵਾਂ ਵਾਪਰੀਆਂ, ਉਹਦਾ ਸਭ ਤੋਂ ਵੱਡਾ ਖਾਮਿਆਜਾ ਵੀ ਅਸੀਂ ਚੁੱਕਿਆ। ਕਿਆ ਉਸ ਕੇਸ 'ਚ ਤੁਹਾਨੂੰ ਫਸਾਇਆ ਜਾ ਰਿਹਾ? ਇਹ ਨਹੀਂ ਫਸਾ ਸਕਦੇ, ਉਹ ਮਾਲਕ ਬੜਾ ਡਾਡਾ। ਤੁਹਾਡੀ ਐਸਟੀਐਫ ਦੀ ਰਿਪੋਰਟ ਬਣੀ, ਉਹਦੇ ਤੇ ਐਕਸ਼ਨ ਟੇਕਨ ਰਿਪੋਰਟ ਮੰਗੀ ਗਈ ਔਰ ਉਹਦੇ 'ਚ ਕੁਝ ਨਹੀਂ ਹੋਇਆ। ਇਹ ਵੀ ਉੱਪਰ ਵਾਲੇ ਦੀ ਮਾਇਆ। ਕਿਸੇ ਕੋਰਟ 'ਚ ਵੀ ਮੇਰੇ ਖਿਲਾਫ ਨਾ ਕੋਈ ਮੁਕੱਦਮਾ ਹੈ ਨਾ ਕੋਈ ਚੱਲ ਰਿਹਾ ਹੈ। ਰਿਪੋਰਟ ਸਹੀ ਹੈ ਨਹੀਂ ਸਹੀ ਸੀ? ਇਹ ਤਾਂ ਇਹ ਦੱਸਣ ਨਾ, ਅਸੀਂ ਤਾਂ ਵੇਖੀ ਨਹੀਂ। ਰੌਲਾ ਤੇ ਇਹੀ ਹੈ, ਕਹਿੰਦੇ ਕੈਪਟਨ ਸਾਹਿਬ ਕੁਝ ਕਰਦੇ ਨਹੀਂ, ਉਹ ਰਿਪੋਰਟ ਕੂੜਾ ਕਰਤੀ। ਸਿਰਫ ਇਹਨਾਂ ਦੀ ਪੋਲਿਟਿਕਸ ਹੈ। ਜਦ ਆਪ ਦਾ ਫੇਲੀਅਰ ਛੁਪਾਉਣਾ ਫਿਰ ਕਦੇ ਇੱਥੇ ਨਾ ਲਾ ਦਿਓ, ਕਦੇ ਉੱਤੇ ਲਾ ਦਿਓ। ਇਹ ਠੋਕੋਤਾਲੀ ਤਾਂ ਉਦੋਂ ਮੇਰੇ ਨਾਲ ਹੁੰਦੀ ਸੀ। ਨਵਜੋਤ ਸਿੱਧੂ ਦੇ ਦੋਨੋਂ ਪਾਰਟੀਆਂ 'ਚ ਝਗੜੇ ਦੀ ਵਜ੍ਹਾ 'ਚ ਕਿਤੇ ਨਾ ਕਿਤੇ ਬਾਦਲ ਪਰਿਵਾਰ ਦਾ ਵੀ ਅਹਿਮ ਰੋਲ ਹੈ। ਬਾਦਲ ਨਹੀਂ ਕਾਰਨ, ਕੁਰਸੀ ਕਾਰਨ। ਆ ਜਿੱਥੇ ਬੈਠੇ ਆ ਨਾ, ਜੇ ਮਿਲ ਜੇ ਤੇ ਕੰਮ ਮਸਲਾ ਹੱਲ। ਹੁਣ ਐਸਆਈਟੀ ਨਵੇਂ ਸਿਰੇ ਤੋਂ ਬਣਾਤੀ ਹੈ। ਉਹੀ ਕਾਂਗਰਸੀ ਫਿਰ ਇੱਕ ਵਾਰੀ ਕਹਿ ਰਹੇ ਹੈ ਕਿ ਜਾਂਚ 45 ਦਿਨਾਂ 'ਚ ਹੋਣੀ ਚਾਹੀਦੀ ਹੈ। ਹੁਣ ਗੱਲ ਕੀਤੀ ਬੜੀ ਵਧੀਆ। ਮੈਂ ਕਹਿੰਦਾ ਜੀ 10 ਦਿਨਾਂ 'ਚ ਕਰ ਦਿਓ। ਇਸ ਦੀਸ ਜੋਕਰਸ ਅਬਵ ਦ ਚੀਫ ਜਸਟਿਸ ਆਰ ਦੇ ਅਬਵ ਦ ਹਾਈ ਕੋਰਟ ਜੱਜਿਸ। ਇਹਨਾਂ ਦੇ ਹੱਕ 'ਚ ਫੈਸਲਾ ਆਵੇ। ਹਾਈ ਕੋਰਟ ਮਹਾਨਯੋਗ ਹਾਈ ਕੋਰਟ। ਮੰਤਰੀਆਂ ਨੂੰ ਜੋਕਰ ਕਹਿ ਰਹੇ ਹੋ, ਐਮਐਲਏ ਨੂੰ ਜੋਕਰ ਕਹਿ ਰਹੇ ਹੋ ਤੁਸੀਂ। ਜੇ ਕੋਈ ਜੋਕਰ ਵਾਲੇ ਕੰਮ ਕਰੋ ਤਾਂ ਮੈਂ ਹੋਰ ਕੀ ਕਹੂੰ। ਮੈਂ ਤਾਂ ਇਹ ਬੇਨਤੀ ਕਰਦਾ, ਹੋਰ ਤਾਂ ਤੁਹਾਡੇ ਤੋਂ ਕੱਖ ਨਹੀਂ ਹੋਇਆ। ਚੀਕੂ ਸੀਤਾਫਾਲੀ ਖਵਾ ਦਿਓ ਲੋਕਾਂ ਨੂੰ। ਸ਼੍ਰੋਮਣੀ ਅਕਾਲੀ ਦਲ ਦੇ ਚੱਕਰ 'ਚ ਕਾਂਗਰਸ ਲੜ ਰਹੀ ਹੈ। ਪਾਰਟੀ ਦੇ ਕਈ ਲੀਡਰ ਕੈਪਟਨ ਅਮਰਿੰਦਰ ਸਿੰਘ ਤੇ ਵਿਰੋਧੀ ਧਿਰ ਨਾਲ ਮਿਲੀ ਭਗਤ ਦੇ ਇਲਜ਼ਾਮ ਲਾ ਰਹੇ ਨੇ। ਸਾਡੇ ਨਾਲ ਮੁੱਖ ਦੀ ਗੱਲ 'ਚ ਅੱਜ ਅਕਾਲੀ ਦਲ ਦੇ ਫਾਇਰ ਬ੍ਰਾਂਡ ਲੀਡਰ ਬਿਕਰਮ ਸਿੰਘ ਮਜੀਠੀਆ, ਉਹਨਾਂ ਤੋਂ ਸਿੱਧਾ ਪੁੱਛਾਂਗੇ ਕਿ ਆਖਿਰਕਾਰ ਕੀ ਹੈ ਸੈਟਿੰਗ ਦਾ ਪੂਰਾ ਸੱਚ। ਬਿਕਰਮ ਜੀ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਬਾਦਲ ਪਰਿਵਾਰ ਦੀ ਕੀ ਸੈਟਿੰਗ ਹੋ ਗਈ ਹੈ ਕੈਪਟਨ ਅਮਰਿੰਦਰ ਸਿੰਘ ਨਾਲ? ਬੜਾ ਰੌਲਾ ਪੈ ਰਿਹਾ। ਕੋਈ ਸੈਟਿੰਗ ਤਾਂ ਸਾਡੀ ਪੰਜਾਬ ਦੇ ਲੋਕਾਂ ਨਾਲ, ਸੈਟਿੰਗ ਜਿਹੜੇ ਰੌਲਾ ਪਾ ਰਹੇ ਆ ਉਹ ਉਹਨਾਂ ਦੀ ਆਪਦੀ ਸਿਆਸਤ ਹੈ। ਔਰ ਪਹਿਲੀ ਗੱਲ, ਕੈਪਟਨ ਅਮਰਿੰਦਰ ਸਿੰਘ ਨਾਲ ਤਾਂ ਉਹਦਾ ਆਪਦਾ ਪਰਿਵਾਰ ਨਹੀਂ ਸੈੱਟ ਤੇ ਕਿਸੇ ਹੋਰ ਦੀ ਸੈਟਿੰਗ ਦਾ ਕੀ ਗੱਲ ਕਰ ਸਕਦੇ। ਮਗਰ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ। ਦੇਖੋ ਅੱਜ ਕਾਂਗਰਸ ਦੇ ਹਾਲਾਤ ਕੀ ਬਣੇ। ਆਪਸ 'ਚ ਕੁਰਸੀ ਦੀ ਲੜਾਈ ਹੈ ਔਰ ਕੁਰਸੀ ਦੀ ਲੜਾਈ 'ਚ 4 ਸਾਲ ਕੱਢਤੇ ਆ। 4 ਸਾਲ 'ਚ ਕੋਈ ਪ੍ਰਾਪਤੀ ਨਹੀਂ। ਮਤਲਬ ਕੋ ਨਾ ਕਿਸਾਨਾਂ ਨੂੰ ਕੁਝ ਦੱਸਣ ਲਈ, ਨਾ ਨੌਜਵਾਨਾਂ ਨੂੰ ਕੁਝ ਦੱਸਣ ਲਈ, ਨਾ ਮੁਲਾਜ਼ਮਾਂ ਨੂੰ ਕੁਝ ਦੱਸਣ ਲਈ, ਨਾ ਦਲਿਤ ਭਰਾਵਾਂ ਨੂੰ ਕੁਝ ਦੱਸਣ ਲਈ। ਇਸ ਲਈ ਗੱਲ ਹੁਣ ਬਣਾਤੀ ਕਿ ਹੋਰ ਕੁਝ ਨਹੀਂ ਤੇ ਸਾਰਾ ਕੰਮ ਜਿਹੜਾ 4 ਸਾਲ ਦਾ ਲੁੱਟ ਖੋਹ ਹੈ, ਚਾਹੇ ਉਹ ਪੰਜਾਬ ਦੇ ਜੋ ਮਾੜੇ ਹਾਲਾਤ ਹੈ, ਹੁਣ ਇਹਦਾ ਸਾਰਾ ਸਿਰ ਮੜ ਦਿਓ ਕਪਤਾਨ ਦੇ। ਲੁੱਟ ਖੋਹ ਮਤਲਬ ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਹਰ ਤਰੀਕੇ ਦੀ ਖਜ਼ਾਨੇ ਦੀ ਵੱਡੀ ਲੁੱਟ ਜੋ ਹੋਈ ਹੈ, ਜਿੰਨਾ ਐਕਸਚੇਕਰ ਨੂੰ ਲਾਸ ਹੋਇਆ ਔਰ ਜੋ ਕਾਂਗਰਸ ਦੇ ਲੀਡਰ 'ਚ ਇਹਦੇ ਵਿੱਚ ਮਿਲੀ ਭੁਗਤ ਹੈ। ਕੈਬਨਿਟ ਮੀਟਿੰਗ ਤੱਕ ਚੀਫ ਸੈਕਟਰੀ ਤੱਕ ਰੌਲੇ ਪੈ ਗਏ ਆ। ਔਰ ਇਹ ਸਾਰੀ ਜਨਤਕ ਗੱਲਾਂ ਜਾਂ ਡੈਥਸ ਹੋਈਆਂ ਨੇ ਸ਼ਰਾਬ ਕਰਕੇ। ਅੱਜ ਤੱਕ ਕੀ ਹੋਇਆ ਉਹਨਾਂ ਤੇ? ਅਕਾਲੀ ਦਲ ਦੇ ਰਾਹ 'ਚ ਇਹੀ ਇਲਜ਼ਾਮ ਤੇ 2017 'ਚ ਤੁਹਾਡੀ ਪਾਰਟੀ ਤੇ ਲੱਗੇ ਸੀਗੇ ਕਿ ਇਹ ਮਾਈਨਿੰਗ ਮਾਫੀਆ ਹੈ, ਟਰਾਂਸਪੋਰਟ ਮਾਫੀਆ ਹੈ। ਇਲਜ਼ਾਮ ਲਾਉਣੇ ਤਾਂ ਵਿਰੋਧੀਆਂ ਦਾ ਕੰਮ ਹੁੰਦਾ। ਮੀਡੀਆ ਨੇ ਉਹਨਾਂ ਗੱਲਾਂ ਤੇ ਸਵਾਦ ਲੈਣਾ ਹੁੰਦਾ। ਮਗਰ ਅਸਲੀਅਤ ਹੁੰਦੀ ਹੈ ਕਿ ਵਾਟ ਆਰ ਦਾ ਫੈਕਟਸ ਔਨ ਦਾ ਟੇਬਲ। ਮੈਂ ਕੁਝ ਕਹੀ ਜਾਵਾਂ ਤੁਹਾਡੇ ਬਾਰੇ, ਜੇ ਤੁਹਾਡੇ ਕੋਲ ਪ੍ਰੂਫ ਹੈ ਤੇ ਗੋ ਟੂ ਕੋਰਟ। ਹੂ ਇਜ਼ ਗੋਇੰਗ ਟੂ ਡਿਸਾਈਡ? ਕੌਣ ਫੈਸਲਾ ਕਰੂਗਾ ਇਸ ਗੱਲ ਦਾ? ਮੇਰੇ ਇਲਜ਼ਾਮਾਂ ਦਾ ਫੈਸਲਾ ਤੁਸੀਂ ਨਹੀਂ ਕਰਨਾ, ਤੁਹਾਡੇ ਇਲਜ਼ਾਮਾਂ ਦਾ ਫੈਸਲਾ ਮੈਂ ਨਹੀਂ ਕਰਨਾ। ਇਹ ਦੇਸ਼ ਦਾ ਇੱਕ ਕਾਨੂੰਨ ਹੈ। ਉਹ ਕਾਨੂੰਨ ਵਿਵਸਥਾ 'ਚ ਕੋਰਟ ਫੈਸਲਾ ਕਰਦੀਆਂ ਨੇ। 4 ਸਾਲ 'ਚ ਕੌਣ ਗਿਆ ਜੀ? 4.5 ਸਾਲ 'ਚ ਕਿਹਨੇ ਕਿਹੜੀ ਗੱਲ ਜਾ ਕੇ ਰੱਖੀ? ਮਗਰ ਮੈਂ ਜਿਹੜੀ ਗੱਲ ਤੇ ਆ ਰਿਹਾ, ਦੇਖੋ ਸੈਟਿੰਗ ਦੀ ਗੱਲ ਤੁਸੀਂ ਕਰਦੇ ਹੋ, ਜਿਹਦੇ ਨਾਲ ਗੱਲ ਕਰਦੇ ਹੋ। ਇੱਕ ਗੱਲ ਮੈਂ ਜੇ ਸੈਟਿੰਗ ਦੀ ਗੱਲ ਹੀ ਕਰਦੀ ਫਿਰ ਤਾਂ ਮੈਂ ਕਹੂੰਗਾ ਜੀ ਕਿ ਅਰਵਿੰਦ ਕੇਜਰੀਵਾਲ ਵੀ ਅੱਜ ਉਹ ਸ਼ੀਲਾ ਦੀਕਸ਼ਿਤ ਜੀ ਨਹੀਂ ਰਹੇ ਤੇ ਉਹਨਾਂ ਨਾਲ ਸੈਟਿੰਗ ਹੈ। ਜੈਰਾਮ ਠਾਕੁਰ ਜੀ ਨੇ, ਫਿਰ ਉਹਨਾਂ ਦੀ ਵੀਰਭੱਦਰ ਨਾਲ ਸੈਟਿੰਗ ਹੈ। ਕਿਉਂਕਿ ਜੇ ਤੁਸੀਂ ਸੈਟਿੰਗ ਦਾ ਮਤਲਬ ਕੀ ਕਹਿ ਰਹੇ ਹੋ ਕਿ ਤੁਸੀਂ ਐਜ਼ ਕਾਂਗਰਸ ਸਪੋਕਸਪਰਸਨ ਬੋਲ ਰਹੇ ਹੋ ਕਿ ਜਦ ਤੱਕ ਫੜ ਕੇ ਕਿਸੇ ਨੂੰ ਅੰਦਰ ਨਾ ਦੇ ਦਿਓ ਤਦ ਤੱਕ, ਜੇ ਅੰਦਰ ਨਾ ਦਿੱਤਾ ਤੇ ਫਿਰ ਸੈਟਿੰਗ ਹੋ ਗਈ। ਮੇਰਾ ਕਹਿਣ ਦਾ ਭਾਵ ਹੈ ਕਿ ਜਿੰਨੀ ਤਿੱਖੀ ਲੜਾਈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਰਹੀ ਹੈ, ਸ਼ਾਇਦ ਕਿਸੇ ਦੀ ਨਹੀਂ ਰਹੀ। ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਪਰਸਨਲ ਰੰਜ ਕੀ ਆ ਬਾਦਲ ਪਰਿਵਾਰ ਦੇ ਨਾਲ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ 1997 'ਚ ਟਿਕਟ ਡਿਨਾਈ ਕਰਤੀ ਸੀ। ਇਹ ਹਾਲਾਤ ਬਣਾਤੇ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵਰਥ ਹੀ ਨਹੀਂ ਸਮਝਿਆ ਕਿ ਇਹਨੂੰ ਅਸੀਂ ਟਿਕਟ ਹੀ ਨਹੀਂ ਦੇਣੀ। ਔਰ ਕਿੰਨੀ ਜਿੱਤ ਹੋਈ ਸੀ? 95 ਸੀਟਾਂ ਸ਼੍ਰੋਮਣੀ ਅਕਾਲੀ ਦਲ 117 ਤੋਂ ਜਿੱਤਿਆ ਸੀ, ਮਗਰ ਕੈਪਟਨ ਅਮਰਿੰਦਰ ਸਿੰਘ ਨੂੰ ਸੀਟ ਨਹੀਂ ਮਿਲੀ ਸੀ। ਇਹ ਗਲਤੀ ਸੀ ਫਿਰ ਅਕਾਲੀ ਦਲ ਦੀ? ਜੇ ਦੇਤੀ ਹੁੰਦੀ ਤਾਂ ਅੱਜ ਸਿਆਪਾ ਹੀ ਨਾ ਹੁੰਦਾ ਸਾਰਾ। ਨਹੀਂ ਚਲੋ ਗਲਤੀ, ਮੈਂ ਕਹਿੰਦਾ ਵਧੀਆ ਫੈਸਲਾ ਸੀ।
ਉਹਨੂੰ ਨਹੀਂ, ਉਹਨਾਂ ਨੂੰ ਕਾਬਿਲ ਨਹੀਂ ਸਮਝਿਆ ਔਰ ਉਹ ਤੋਂ ਬਾਅਦ ਵੀ ਸਰਕਾਰ ਬਣਾਈ, 3/4 ਮੈਜੋਰਟੀ ਨਾਲ ਬਣਾਈ, ਕੋਈ ਕਸਰ ਹੀ ਨਹੀਂ ਛੱਡੀ। ਔਰ ਇਹ ਵੱਡੀ ਗੱਲ ਉਦੋਂ ਹਾਸ਼ੇ ਤੇ ਸੀ, ਕਿਤੇ ਨਾ ਕਿਤੇ ਉਹ ਰੰਜ ਉਹਦੇ ਚ ਰਿਹਾ। 2002 ਚ ਉਹਨੇ ਬੜੇ ਰੌਲੇ ਪਾ ਕੇ ਕਰਪਸ਼ਨ ਦੇ ਇਹ ਉਹ ਕਰਕੇ ਸਰਕਾਰ ਬਣਾ ਲਈ। ਬਾਦਲ ਸਾਹਿਬ ਨੂੰ ਸੁਖਬੀਰ ਜੀ ਨੂੰ ਅੰਦਰ ਦੇਤਾ, ਉਹ ਕੇਸ ਚੱਲੇ, ਕੇਸ ਤੋਂ ਬਾਦਲ ਸਾਹਿਬ ਸੁਖਬੀਰ ਜੀ ਨੇ ਮਾਨਯੋਗ ਅਦਾਲਤਾਂ ਨੇ ਉਹਨਾਂ ਨੂੰ ਬਰੀ ਕੀਤਾ। ਔਰ ਮੈਂ ਸਮਝਦਾ ਕਿ ਉਹ ਬਰੀ ਹੋਣ ਤੋਂ ਬਾਅਦ ਗੁਰੂ ਦੀ ਐਡੀ ਵੱਡੀ ਬਖਸ਼ਿਸ਼ ਹੋਈ, ਕਿਰਪਾ ਹੋਈ, ਲੋਕਾਂ ਦਾ ਐਡਾ ਪਿਆਰ ਮਿਲਿਆ ਕਿ ਉਸ ਧੱਕੇਸ਼ਾਹੀ ਨੂੰ ਵੇਖਦਿਆਂ 10 ਸਾਲ ਮੁੜ ਕੇ ਇਤਿਹਾਸ ਰਚਿਆ ਗਿਆ ਕਿ 5 ਸਾਲ ਪਹਿਲਾਂ 2007 ਤੋਂ 12, ਫਿਰ 12 ਤੋਂ 17, 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚੱਲੀ। ਮੇਰਾ ਕਹਿਣ ਦਾ ਭਾਵ ਇਹ ਜੀ ਰਾਜਨੀਤੀ, ਪੋਲਿਟਿਕਸ, ਜਿਹੜੇ ਲੋਕਾਂ ਕੋਲ ਅੱਜ ਕੁਛ ਨਹੀਂ, ਉਹ ਕੱਲਾ ਚਾਹੁੰਦੇ ਜੀ ਇਹ ਫੜ ਕੇ ਅੰਦਰ ਦੇ ਦਿਓ ਅੰਦਰ। ਫੈਸਲਾ ਕਿਹਨੇ ਕਰਨਾ? ਦੇਖੋ ਅੰਦਰ ਹੁਕਮਰਾਨ ਤਾਂ ਆਪਦੀ ਤਾਕਤ ਜਦੋਂ ਮਰਜ਼ੀ ਵਰਤ ਲਵੇ। ਫਿਰ ਤਾਂ ਇਹ ਚਾਹੀਦਾ ਸੀ ਡਾਕਟਰ ਮਨਮੋਹਨ ਸਿੰਘ ਨੂੰ ਵੀ, ਫਿਰ ਆਪਾਂ ਤਾਂ ਕਹਿ ਸਕਦੇ ਮੋਦੀ ਸਾਹਿਬ ਦੀ ਉਹਦੇ ਨਾਲ ਸੈਟਿੰਗ, ਉਹਨੂੰ ਫੜ ਕੇ ਅੰਦਰ ਨਹੀਂ ਦਿੱਤਾ। ਇੰਦਰਾ ਗਾਂਧੀ, ਕਿਉਂਕਿ ਇੰਨੇ ਰੌਲੇ, ਕੋਲ ਜੀ, 2G, ਫਲਾਣਾ ਜੀ, ਢਿੰਗੜਾ ਜੀ, ਮਤਲਬ ਲੱਖਾਂ ਕਰੋੜਾਂ ਦੇ ਪਏ ਤੇ ਫਿਰ ਮਤਲਬ ਉਹਨਾਂ ਦੀ ਵੀ ਸੈਟਿੰਗ ਹੈ। ਜਿਨ੍ਹਾਂ ਦੇ ਕੋਲ ਅੱਜ ਕੁਛ ਨਹੀਂ, ਕਹਿਣ ਨੂੰ ਕਰਨ ਨੂੰ ਕੁਛ ਨਹੀਂ। ਮੈਂ ਤਾਂ ਕਹਿੰਦਾ ਅੱਜ ਹੱਥ ਜੋੜਦਾ ਇਹਨਾਂ ਸਾਰਿਆਂ ਨੂੰ ਕਿ ਤੁਸੀਂ ਚੱਲ ਕੇ ਕੋਰਟ ਕਿਉਂ ਨਹੀਂ ਜਾਂਦੇ? ਤੁਸੀਂ ਤਾਂ ਨਹੀਂ ਨਾ ਸੈੱਟ, ਮੈਂ ਤਾਂ ਕਹਿੰਦਾ ਇਹ ਵੀ ਸਾਡੇ ਨਾਲ ਸੈੱਟ। ਸਾਰੇ ਇਹ ਰੌਲਾ ਹੀ ਪਾਈ ਜਾਂਦੇ, ਬਸ ਰੌਲਾ ਮੁੱਕਦੀ ਗੱਲ ਕੋਈ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ ਨੂੰ ਤੁਹਾਡਾ ਪਹਿਲਾ ਸਵਾਲ ਦਾ ਜਿਹੜਾ ਜਵਾਬ ਮੈਂ ਸੁਣਿਆ, ਖੁਸ਼ ਹੋਣਾ ਚਾਹੀਦਾ ਹੈ ਕਿ ਬਾਦਲ ਸਾਹਿਬ ਟਿਕਟ ਦੇਣ ਦੇ ਤਾਂ ਉਹ ਬਾਦਲ ਸਾਹਿਬ ਦੇ ਮੰਤਰੀ ਤੋਂ ਅੱਗੇ ਨਾ ਵੱਧਦੇ, ਤੇ ਕੈਪਟਨ ਸਾਹਿਬ ਨੂੰ ਖੁਸ਼ ਹੋਣਾ ਚਾਹੀਦਾ ਕਿ ਟਿਕਟ ਨਹੀਂ ਦਿੱਤਾ ਤੇ ਉਹ ਕਾਂਗਰਸ 'ਚ ਗਏ, 2002 'ਚ ਚੀਫ ਮਿਨਿਸਟਰ ਬਣੇ, ਦੂਜੀ ਵਾਰੀ ਵੀ ਚੀਫ ਮਿਨਿਸਟਰ ਬਣੇ। ਅਗਰ 2002 'ਚ ਇੰਨਾ ਸਖਤ ਰਵੱਈਆ ਅਪਣਾਇਆ ਉਹਨਾਂ ਨੇ ਟਿਕਟ ਨਾ ਦੇਣ ਲਈ, ਤੇ ਜਨਤਾ ਵੀ ਇਹੀ ਕਹਿੰਦੀ ਹੈ ਕਿ 2017 'ਚ ਵੀ 2002 ਵਾਲੀਆਂ ਹੀ ਗੱਲਾਂ ਕਹੀਆਂ ਸੀ ਚੋਣਾਂ 'ਚ, ਤੇ ਬਾਅਦ 'ਚ ਹੁਣ ਰਾਜ ਖਤਮ ਹੋਣ ਨੂੰ ਆਇਆ, ਇੱਕ ਪੈਰ ਨਹੀਂ ਪੁੱਟਿਆ, ਇੱਕ ਪੈਨ ਨਹੀਂ ਚੱਲਿਆ ਕੈਪਟਨ ਸਾਹਿਬ ਦਾ। ਇਹ ਕੀ ਵਜ੍ਹਾ ਹੈ? ਮਸਤਕ ਦੀਆਂ ਲਕੀਰਾਂ ਉਸ ਪਰਮਾਤਮਾ ਦੀ ਮਿਹਰ, ਜਿਨ ਤੋਂ ਮੁੱਖ ਮੰਤਰੀ ਬਣਾਉਣਾ ਜਾਂ ਪ੍ਰਧਾਨ ਮੰਤਰੀ ਬਣਾਉਣਾ ਨਾ, ਉਹਨੂੰ ਸੁੱਤੇ ਪਏ ਨੂੰ ਵੀ ਬਣਾ ਦੇਣਾ। ਇਸ ਲਈ ਬਾਦਲ ਸਾਹਿਬ ਨੇ ਟਿਕਟ ਨਹੀਂ ਦਿੱਤੀ ਤਾਂ ਬਣ ਗਿਆ। ਇਹ ਤਾਂ ਗੱਲਾਂ ਹਵਾਈ ਨੇ, ਜਿੰਨੀ ਮਰਜ਼ੀ ਕਰ ਲਓ। ਦੂਜੀ ਗੱਲ, ਮੈਂ ਸਮਝਦਾ ਹਾਂ ਕਿ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਜਿਸ ਬੰਦੇ ਨੂੰ ਮੰਤਰੀ ਨਹੀਂ ਮੰਨਿਆ ਉਹ ਚੀਫ ਮਿਨਿਸਟਰ ਬਣ ਗਿਆ। ਕੋਈ ਰੋਕ ਸਕਦਾ ਜੀ ਕਿਸੇ ਨੂੰ? ਕੋਈ ਕਿਸੇ ਦਾ ਹੱਕ ਖੋ ਸਕਦਾ? ਜੇ ਪ੍ਰਮਾਤਮਾ ਚਾਵੇ ਤੇ ਕੁਝ, ਜਿਵੇਂ ਅੱਜ ਦੀ ਡੇਟ ਹੈ, ਟਿੱਲ ਦਾ ਜੋੜ ਲੱਗ ਗਿਆ। 4 ਸਾਲ 'ਚ ਕੈਪਟਨ ਸਾਹਿਬ ਦੀ ਕੋਈ ਪ੍ਰਾਪਤੀ ਹੈ? ਘਰ ਨੌਕਰੀ ਦਿੱਤੀ, ਕੋਈ ਗਰੀਬ ਦੇ ਵਜੀਫੇ ਦਿੱਤੇ, ਕੋਈ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ, ਇੱਕੋ ਕੰਮ ਤੇ ਜ਼ੋਰ ਲਿਆ। ਦੇਖੋ ਲਿਆ ਕੇ ਜਿਹੜੇ ਜੱਜ ਸਾਹਿਬਾਨਾਂ ਅੱਗੇ, ਦੇਖੋ ਜੱਜ ਸਾਹਿਬ ਮਾਨਯੋਗ ਹਾਈ ਕੋਰਟ ਦੇ ਜੱਜਾਂ ਦਾ ਜਾਂ ਸੁਪਰੀਮ ਕੋਰਟ ਦੇ ਜੱਜਾਂ ਦਾ ਜਾਂ ਜਨਰਲੀ ਜੁਡੀਸ਼ਰੀ ਦਾ ਅਸੀਂ ਬੜਾ ਸਤਿਕਾਰ ਕਰਦੇ। 2 ਜੱਜ ਜਿਨ੍ਹਾਂ ਤੋਂ ਅਸੀਂ ਕੇਸ ਰਿਕਿਊਜ਼ ਕਰਾ ਲੈਂਦੇ ਸੀ ਜਦੋਂ ਅਸੀਂ ਸਰਕਾਰ ਤੇ ਸੀ। ਇੱਕ ਕਿਉਂ ਰਿਕਿਊਜ਼ ਕਰਾ ਲੈਂਦੇ ਸੀ? ਇਹਨਾਂ ਤੋਂ ਕੀ ਸਾਡੇ ਕੇਸ ਇਹ ਨਾ ਸੁਣਨ, ਇਹਨਾਂ ਦੀ ਸਾਡੇ ਪ੍ਰਤੀ ਸੋਚ ਸਹੀ ਨਹੀਂ, ਇਹ ਪਾਰਟੀਜ਼ਨ ਰੋਲ ਅਦਾ ਕਰਦੇ। ਅੱਜ ਤਾਂ ਮੇਰੇ ਸਤਿਕਾਰਯੋਗ ਵੀਰ ਖਹਿਰਾ ਸਾਹਿਬ ਦੇ ਭਾਈਆ ਜੀ ਜਸਟਿਸ ਰਣਜੀਤ ਸਿੰਘ ਜੀ, ਚਲੋ ਅੱਜ ਉਹ ਪਾਰਟੀ ਛੱਡ ਕੇ ਹੋਰ ਪਾਰਟੀ 'ਚ ਚਲੇ ਗਏ। ਹੁਣ ਕਾਂਗਰਸ 'ਚ ਖਬਰ ਆ ਰਹੀ ਹੈ ਕਿ ਇਹਨਾਂ ਤਿੰਨਾਂ ਨੇ ਕਾਂਗਰਸ 'ਚ ਵਾਪਸ ਮਿਲ ਜਾਣਾ ਹੈ। ਭਾਈ ਰਣਜੀਤ ਸਿੰਘ ਨੇ ਤੇ ਦੂਜੇ ਜੱਜ ਸਾਹਿਬ ਨੇ ਸੈਟਿੰਗ ਕਰਾਤੀ ਹੈ। ਮਗਰ ਮੇਰਾ ਕਹਿਣ ਦਾ ਭਾਵ ਕਿ ਤੁਸੀਂ ਇੱਕ ਕਮਿਸ਼ਨ ਬਣਾਇਆ। 4 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ ਹੈ? ਕੇਵਲ ਤੇ ਕੇਵਲ ਇੱਕ ਕੰਮ, ਕਿ ਪਹਿਲਾਂ ਮੈਂ ਬਾਦਲਾਂ ਨੂੰ ਕਰਪਸ਼ਨ 'ਚ ਠੋਕਣ ਦੀ ਕੋਸ਼ਿਸ਼ ਕੀਤੀ, ਝੂਠੇ ਕੇਸਾਂ ਪਾ ਕੇ ਮੈਂ ਫੇਲ ਹੋ ਗਿਆ। ਐਤਕੀ ਪੈਤੜਾ ਪਿਛਲੀ ਵਾਰੀ ਨਾਲੋਂ ਵੱਡਾ ਖੇਡੂ, ਔਰ ਖੇਡੂ ਧਾਰਮਿਕ ਭਾਵਨਾਵਾਂ ਨਾਲ ਜੋੜ ਕੇ। ਕਿ ਦੇਖੋ ਜਿਹੜੀ ਕੰਮ ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਕਿ ਐਤਕੀ ਐਡੀ ਖਤਰਨਾਕ ਇਨਕੁਆਇਰੀ ਕਹਿੰਦੇ ਬੜੀ ਸਿੱਧੀ ਸੀ ਕੋਟਕਪੂਰੇ ਇਨਸੀਡੈਂਟ ਦੀ, ਮਗਰ ਕਹਿੰਦੇ ਅ ਮਿਕਸ ਆਫ ਪੋਲਿਟਿਕਸ, ਰਿਲੀਜਨ ਐਂਡ ਪੁਲਿਸ ਐਡਮਿਨਿਸਟ੍ਰੇਸ਼ਨ। ਇੱਕ ਨਵਾਂ ਹੀ ਇਹਨਾਂ ਨੇ ਕਾਕਟੇਲ ਬਣਾਉਣ ਦੀ ਕੋਸ਼ਿਸ਼ ਕੀਤੀ, ਲੋਕਾਂ ਦੇ ਮਨਾਂ ਨਾਲ ਖੇਡਣ। ਔਰ ਉਹ ਸਾਰੀ ਕਾਕਟੇਲ ਦਾ ਮੁੱਖ ਜਿਹੜਾ ਮੈਂ ਕਹਿ ਸਕਦਾ ਡਾਇਰੈਕਟਰ, ਕਨਸਪੀਰੇਟਰ, ਉਹ ਇਹੀ ਠੋਕੋ ਤਾਲੀ, ਸੁਖੀ ਰੰਧਾਵਾ, ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੇ ਕਾਂਗਰਸ ਦੇ ਵਜ਼ੀਰ, MLA ਕਮਿਸ਼ਨ ਹੈਂਡ ਪਿਕਡ ਬਣਾਇਆ। ਇੱਕ ਹੁੰਦਾ ਇੱਕ ਕਮਿਸ਼ਨ ਹੁੰਦਾ ਜਿਹਨੂੰ ਹਾਈ ਕੋਰਟ ਅਪਾਇੰਟ ਕਰੇ ਪਾਰਦਰਸ਼ਨੀ ਤਰੀਕੇ ਨਾਲ। ਹਾਈ ਕੋਰਟ ਦੇ ਮਾਨਯੋਗ ਚੀਫ ਜਸਟਿਸ ਸਾਹਿਬ ਕਹਿ ਦਿੰਦੇ ਕਿ ਆਹ ਜੱਜ ਸਾਹਿਬ ਮੈਨੂੰ ਬਿਲਕੁਲ ਫ੍ਰੀ ਐਂਡ ਫੇਅਰ ਇਹਨਾਂ ਦੀ ਕਾਰਵਾਈ ਰਹੂਗੀ ਤੇ ਮੈਂ ਇਹਨਾਂ ਨੂੰ ਅਪਾਇੰਟ ਕਰਦਾ। ਚਲੋ ਸਾਨੂੰ ਕੋਈ ਦੁੱਖ ਨਹੀਂ ਸੀ, ਕਿਉਂਕਿ ਅਸੀਂ ਆਪ ਕਹਿੰਦੇ ਕਿ ਇਹਨਾਂ ਗੱਲਾਂ ਦੀ ਇਨਕੁਆਇਰੀ ਨਿਰਪੱਖ ਹੋਵੇ, ਸੱਚ ਸਾਹਮਣੇ ਆਵੇ,
ਸਾਨੂੰ ਬੇਹੱਦ ਦੁੱਖ ਹੈ ਜੋ ਕੁਝ ਸਾਡੇ ਸਮੇਂ 'ਚ ਇਹ ਘਟਨਾਵਾਂ ਵਾਪਰੀਆਂ। ਉਹਦਾ ਸਭ ਤੋਂ ਵੱਡਾ ਖਾਮਿਆਜਾ ਵੀ ਅਸੀਂ ਚੁੱਕਿਆ, ਸਿਆਸਤ ਕਰਨ ਵਾਲਿਆਂ ਨੇ ਤੇ ਉਹਦਾ ਫਾਇਦਾ ਚੁੱਕਿਆ। ਔਰ ਅੱਜ ਵੀ ਉਹੀ ਸਿਆਸਤ ਇਹਨਾਂ ਨੇ ਹੈਂਡ ਪਿਕ ਭਾਈ ਰਣਜੀਤ ਜਸਟਿਸ। क्या उस केस 'ਚ ਤੁਹਾਨੂੰ ਫਸਾਇਆ ਜਾ ਰਿਹਾ ਅਕਾਲੀ ਦਲ ਦੇ तमाम ਲੀਡਰਸ ਨੂੰ, ਬਾਦਲ ਪਰਿਵਾਰ ਨੂੰ? ਇਹ ਨਹੀਂ ਫਸਾ ਸਕਦੇ, ਉਹ ਮਾਲਕ ਬੜਾ ਡਾਡਾ। ਜੇ ਲੋਕਾਂ ਦੀ ਮਰਜ਼ੀ, ਇਹ ਕਹਿ ਰਹੇ ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਪੋਲਿਟਿਕਲੀ ਫਸਾਇਆ ਜਾ ਰਿਹਾ? ਇਹਨਾਂ ਦੀ ਕਾਂਗਰਸ ਦੀ ਪੋਲਿਟਿਕਸ ਇਹ ਸੀ ਕਿ ਜੇ ਅੱਜ ਸਾਡਾ ਸਭ ਤੋਂ ਵੱਡੇ ਵਿਰੋਧੀ ਜਾਂ ਉਹ ਸਮਝਦੇ ਆ ਕਿ 2022 ਚ ਜੇ ਸਾਡਾ ਕੰਮ ਕਿਸੇ ਨੇ ਮੁਕਾ ਦੇਣਾ, ਜੇ ਸਾਡੀ ਸਰਕਾਰ ਆਉਣ ਤੋਂ ਰੋਕਣ ਦੀ ਕੋਈ ਸਮਰੱਥਾ ਰੱਖਦਾ ਹੈ ਜਾਂ ਸਾਨੂੰ ਕਿਸੇ ਤੋਂ ਡਰ ਹੈ, ਉਹ ਸ਼੍ਰੋਮਣੀ ਅਕਾਲੀ ਦਲ ਤੋਂ ਆ। ਲੰਮਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ। ਪਰ ਉਹਨਾਂ ਨੂੰ ਫਸਾਉਂਦੇ ਤਾਂ ਇਹਨਾਂ ਦਾ ਆਪਣਾ ਖਲਾਰਾ ਪੈ ਗਿਆ। ਤੇ ਰੱਬ ਦੀ ਮਿਹਰ ਹੈ ਨਾ ਜੀ। ਫਿਰ ਇਹ ਦੇਖੋ, ਬੰਦਾ ਆਪਦਾ ਦਿਮਾਗ ਜਿੰਨਾ ਮਰਜ਼ੀ ਲੜਾ ਲਵੇ, ਆਪਦੇ ਆਪ ਨੂੰ ਜਿੰਨਾ ਮਰਜ਼ੀ ਚਲਾਕ ਸ਼ਾਤਰ ਸਮਝ ਲਵੇ, ਮਗਰ ਉਹ ਪ੍ਰਮਾਤਮਾ ਵੀ ਹੈ। ਸੱਚ ਦੀ ਸੁਣਵਾਈ ਹੋਣੀ ਹੈ। ਸਾਡੀ ਵੀ ਅਰਦਾਸਾਂ ਨੇ, ਲੋਕ ਵੀ ਅਰਦਾਸ ਕਰਦੇ ਆ ਕਿ ਸੱਚ ਸਾਹਮਣੇ ਆਵੇ, ਤੇ ਫੇਰ ਕਿੱਥੋਂ ਪੈਂਤੜੇ ਚੱਲ ਜਾਣੇ। ਇੱਕ ਮੇਰੀ ਗੱਲ ਸੁਣੋ, ਤੁਸੀਂ ਕਹਿੰਦੇ ਹੋ ਕਿ ਕੀਤਾ ਕੁਛ ਨਹੀਂ, ਇਹ ਤੋਂ ਵੱਧ ਕਦੇ ਕੁਝ ਹੋ ਸਕਦਾ ਸੀ? ਸਪੈਸ਼ਲ ਸੈਸ਼ਨ ਬਣਾ ਲਿਆ, 11-12 ਘੰਟੇ ਸਾਨੂੰ ਰੱਜ ਕੇ ਡਰਾਮੇ, ਮਤਲਬ ਜਿੰਨੀਆਂ ਕਲੋਲਾਂ ਉੱਥੇ ਕਰ ਸਕਦੇ ਸੀ ਕੀਤੀਆਂ। ਕਦੇ ਤ੍ਰਿਪਤ ਰਜਿੰਦਰ ਬਾਜਵਾ, ਕਦੇ ਸੁਖੀ। ਅੱਜ ਕੱਲ ਤਾਂ ਠੋਕੋ ਤਾਲੀ ਦੀ ਬਣ ਨਹੀਂ ਰਹੀ ਕਪਤਾਨ ਸਾਹਿਬ ਨਾਲ। ਉਦੋਂ ਕਹਿੰਦਾ ਸੀ ਹੀ ਇਜ਼ ਮਾਈ ਫਾਦਰ, ਆਈ ਐਮ ਹਿਜ਼ ਸਨ ਐਂਡ ਨੋ ਨਥਿੰਗ ਬਟ ਠੋਕੋ ਤਾਲੀ ਗਾਂ। ਅੱਜ ਇਹਨੂੰ ਪੁੱਛੋ ਕੀ ਚੱਕਰ ਹੈ, ਅੱਜ ਫਾਦਰ ਸਨ ਤੇ ਕੀ ਰੌਲਾ ਪੈ ਗਿਆ। ਗੱਲ ਤਾਂ ਬੜੀ ਸਪਸ਼ਟ ਹੈ ਕਿ ਇਹਨਾਂ ਦੀ ਪੋਲਿਟਿਕਸ ਅਸੀਂ ਨਹੀਂ ਫੇਲ ਕੀਤੀ, ਉਸ ਪ੍ਰਮਾਤਮਾ ਨੇ ਫੇਲ ਕੀਤੀ। ਕਿਉਂਕਿ ਝੂਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ, ਇਹ ਦੁਖਦਾਈ ਇਨਸੀਡੈਂਟ ਤੇ ਕੋਈ ਕਰੂਗਾ ਤੇ ਮੈਂ ਸਮਝਦਾ ਉਹਦਾ ਕੁਝ ਨਹੀਂ ਰਹਿਣਾ। ਔਰ ਰੱਬ ਦੀ ਕਲਾ ਵਰਤੀ ਹੈ, ਐਡਾ ਕੇਸ ਬਣਾਇਆ ਸਾਡੇ ਤੇ, ਝੂਠਾ ਕਮਿਸ਼ਨ ਬਣਾਇਆ, ਸਾਡੀ ਗੱਲ ਨਾ ਕੋਈ ਸੁਣੇ, ਉਹ ਸਾਰਾ ਕੁਝ ਡਰਾਮਾ ਕੀਤਾ, ਫਿਰ ਸਿੱਟ ਬਣਾਈ। ਇੱਕ ਹੁੰਦੀ ਹੈ, ਦੇਖੋ ਪੰਜਾਬ 'ਚ ਅਫਸਰਾਂ ਦੀ ਘਾਟ ਹੈ, ਟੌਪ ਹੈਵੀ ਅਫਸਰ ਨੇ ਇੱਥੇ, ਇੱਕ ਡੀਜੀਪੀ ਨਹੀਂ 4-4 ਡੀਜੀਪੀ ਨੇ, 8-10 ਏਡੀਜੀਪੀ ਨੇ, ਕਿੰਨੇ ਆਈਜੀ, ਇਹਨਾਂ ਨੂੰ ਕੋਈ ਨਹੀਂ ਲੱਭਿਆ। ਇਹਨਾਂ ਨੇ ਚਲੋ ਪਹਿਲਾਂ ਤਾਂ ਲਾਤਾ ਕਿ ਡੀਜੀਪੀ ਪ੍ਰਬੋਧ ਕੁਮਾਰ ਜੀ, ਮੁੜ ਕੇ ਆਪ ਹੀ ਉਹਦੇ 'ਚ ਨੁਕਸ ਕੱਢਤਾ। ਇੱਕ ਲਾਤਾ ਬੰਦਾ ਜਿਹਦਾ ਕੋਈ ਹੋਰ ਕੰਮ ਨਹੀਂ, ਇਹਦੀਆਂ ਗੱਲਾਂ ਜਿੰਨੀ ਘੱਟ ਹੋਰ ਨਹੀਂ ਚੱਲੀ ਚੰਗੀ ਆ, ਉਹ ਮੱਖੀ ਪ੍ਰਤਾਪ ਸਿੰਘ। ਉਹ ਕਹਿੰਦਾ ਮੇਰੇ ਵਰਗੀ ਤਾਂ ਕਹਿੰਦਾ ਕੋਈ ਚਾਰਟ ਸ਼ੀਟ ਹੀ ਨਹੀਂ ਫਾਈਲ ਕਰ ਸਕਦਾ, ਕਹਿੰਦਾ ਇਹ ਕੇਸ ਸਟੱਡੀ ਬਣੂ 100 ਸਾਲ ਤੱਕ, ਕਹਿੰਦਾ ਇੱਥੇ ਜ਼ਿਕਰ ਹੋਊ। ਵਾਕਈ ਗੱਲ ਰੱਬ ਨੇ ਸੁਣ ਲਈ ਕਿ 100 ਸਾਲ ਇਹ ਜੀ ਮਤਲਬ ਕਿ ਨਿਖਿੱਧ ਕੰਮ ਕੋਈ ਨਹੀਂ ਕਰ ਸਕੋ। ਔਰ ਉਹਨੇ ਇੱਕ ਇੰਟਰਵਿਊ ਦਿੱਤਾ ਸੀ ਇੱਕ ਚੈਨਲ 'ਚ, ਕਹਿੰਦਾ ਜੇ ਇਹ ਹਾਈ ਕੋਰਟ ਜਾਂ ਕਿਸੇ ਮਾਨਯੋਗ ਅਦਾਲਤ ਨੇ ਮੇਰੀ ਇਨਕੁਆਇਰੀ ਰਿਜੈਕਟ ਕਰ ਦਿੱਤੀ, ਕਹਿੰਦਾ ਮੈਂ ਪਾਕਿਸਤਾਨ ਚਲੇ ਜਾਊਂ। ਹੁਣ ਤਾਂ ਉਹ ਠੋਕੋ ਤਾਲੀ ਨੂੰ ਕੋਈ ਦੀ ਕਟਾਵੇ ਟਿਕਟ, ਫਿਰ ਉੱਥੇ ਆਪਦੇ ਸੱਜਣ ਕੋਲ ਭੇਜਦੇ, ਆਪਦੇ ਭਰਾ ਕੋਲ। ਯਾਨੀ ਸੈਟਿੰਗ ਨਹੀਂ ਹੈ ਤੁਹਾਡਾ ਕਹਿਣਾ? ਤੁਸੀਂ ਇਹ ਤੋਂ ਮਾੜਾ ਅਫਸਰ, ਬਾਇਸਡ ਅਫਸਰ, ਜਿਹਦੀ ਸੋਚ ਮਤਲਬ ਪਾਰਦਰਸ਼ਤਾ ਨਹੀਂ ਸੀ, ਜੇ ਉਹਦੇ 'ਚ ਪ੍ਰੋਫੈਸ਼ਨਲਿਜ਼ਮ ਥੋੜੀ ਜੀ ਵੀ ਪਾਰਦਰਸ਼ਤਾ ਹੁੰਦੀ ਤੇ ਫਿਰ ਇਲੈਕਸ਼ਨ ਕਮਿਸ਼ਨ ਨੇ ਕਿਉਂ ਬਦਲਤਾ? ਔਰ ਹਾਈ ਕੋਰਟ ਨੂੰ ਇਹ ਟਿੱਪਣੀ ਕਿਉਂ ਕਰਨੀ ਪਈ? ਕਹਿੰਦਾ ਮੁੰਗੇਰੀ ਲਾਲ ਦੇ ਸੁਪਨੇ ਵੀ ਛੋਟੇ ਪੈ ਗਏ, ਸਿੰਘ ਇਜ਼ ਬਲਿੰਗ ਫਿਲਮ ਵੀ ਛੋਟੀ ਪੈ ਗਈ, ਇੰਨੀ ਮਨ ਘਣਤ ਕਹਾਣੀਆਂ ਬਣਾਈਆਂ, ਕਿਉਂ ਬਣਾਈਆਂ? ਪਰ ਇੱਕ ਅਫਸਰ ਇਹ ਕਿਉਂ ਕਰੇਗਾ? ਇੱਕ ਮੈਨੂੰ ਗੱਲ ਦੱਸੋ, ਚਲੋ ਤੁਸੀਂ ਦੱਸ ਦਿਓ, ਤੁਸੀਂ ਤਾਂ ਮੇਰੇ ਤੋਂ ਦੁਨੀਆ ਬਹੁਤ ਵੱਧ ਵੇਖੀ ਆ, ਤੁਸੀਂ ਕਿੰਨੇ ਪ੍ਰੋਫੈਸ਼ਨਲ ਅਫਸਰ ਵੇਖੇ ਜਿਹੜੇ ਜਾ ਇੰਟਰਵਿਊ ਦੇਣ? ਤੇ ਕੈਪਟਨ ਸਾਹਿਬ ਰੋਕਦੇ ਉਹਨਾਂ ਨੂੰ ਕਿ ਇਹ ਜਾਂਚ ਇੰਨੀ ਸੈਂਸਿਟਿਵ ਹੈ? ਨਹੀਂ ਤੇ ਲਵਾਇਆ ਸਾਹਿਬ ਨੇ ਕਿਉਂ ਨਹੀਂ ਰੋਕਿਆ? ਹੋਮ ਡਿਪਾਰਟਮੈਂਟ ਕੈਪਟਨ ਸਾਹਿਬ ਦੇ ਅੱਜ ਉਹਦੇ 'ਚ ਨੁਕਸ ਲੱਭਣ ਲੱਗ ਪਏ ਆ। ਦੇਖੋ, ਮੈਂ ਤਾਂ ਉਸ ਭਰਾ ਦੀ, ਮੈਨੂੰ ਕਹਿਣਾ ਨਹੀਂ ਚਾਹੀਦਾ, ਮੈਂ ਤਾਂ ਉਹਦੀ ਫੇਰ ਕਦਰ ਕਰਦਾ ਥੋੜੀ ਬਹੁਤੀ। ਅੱਜ ਮੈਨੂੰ ਮਹਿਸੂਸ ਹੋ ਰਿਹਾ ਕਿ ਉਹਨੇ ਜਿੰਨਾ ਮਰਜ਼ੀ ਇਹ ਕਰੀ ਗਏ, ਇਹ ਕਿ ਅਫਸਰ ਤੋਂ ਇਹ ਕਰਾ ਦਈਏ, ਉਹ ਕਰਾ ਦਈਏ, ਉਹ ਕਰਾ ਦਈਏ, ਮਗਰ ਉਹਦੀ ਵੀ ਕਲਮ ਨੇ ਕਿਤੇ ਇਜਾਜ਼ਤ ਨਹੀਂ ਦਿੰਦੀ। ਕਰਦਾ ਕਰਦਾ ਆਪਦਾ ਵੀ ਕੁੰਡਾ ਕਰਾ ਲਿਆ, ਕਾਂਗਰਸ ਦਾ ਵੀ ਭੋਗ ਪਾ ਗਿਆ। ਇਹ ਰੱਬ ਦੀ ਮਿਹਰ ਹੈ ਨਾ, ਫਿਰ ਇਹ ਉਹਦੀ ਬਖਸ਼ਿਸ਼ ਹੋ ਗਈ। ਜਿਹੜੇ ਸਕੀਮਾਂ ਲੜਾ ਰਹੇ ਸੀ, ਇਹਨੂੰ ਰਗੜ ਦੇਣਾ, ਉਹਨੂੰ ਰਗੜ ਦੇਣਾ, ਮਗਰ ਉਹ ਬੈਠਿਆ ਮਾਲਕ ਸ੍ਰਿਸ਼ਟੀ ਦਾ ਬਣਾਉਣ ਵਾਲਾ, ਉਹਨੇ ਫੈਸਲਾ ਹੀ ਕਰਤਾ ਕਿ ਇਹ ਝੂਠ ਨਹੀਂ ਚੱਲਣਾ। ਕਿਆ ਇਹ ਵੀ ਉਸ ਰੱਬ ਦੀ ਮਾਇਆ ਹੈ ਕਿ ਤੁਹਾਡੀ ਐਸਟੀਐਫ ਦੀ ਰਿਪੋਰਟ ਬਣੀ, ਉਹਦੇ ਤੇ ਐਕਸ਼ਨ ਟੇਕਨ ਰਿਪੋਰਟ ਮੰਗੀ ਗਈ ਔਰ ਉਹਦੇ 'ਚ ਕੁਝ ਨਹੀਂ ਹੋਇਆ? ਇਹ ਵੀ ਉੱਪਰ ਵਾਲੇ ਦੀ ਮਾਇਆ ਹੈ? ਬਿਲਕੁਲ, ਸਾਰਾ ਕੁਝ ਹੀ ਉੱਪਰ ਵਾਲੇ ਦੀ ਬਖਸ਼ਿਸ਼ ਨਾਲ ਚੱਲਦਾ। ਹੁਣ ਮੇਰੀ ਗੱਲ ਸੁਣਿਓ ਜੀ। ਪਰ ਕਾਂਗਰਸ ਕਹਿੰਦੀ ਹੈ ਉਹ ਤਾਂ ਕੈਪਟਨ ਸਾਹਿਬ ਦੀ ਮਾਇਆ ਹੈ। ਇਸ ਤਰ੍ਹਾਂ ਹੈ, ਕਾਂਗਰਸ ਵਿਚਾਰੇ ਕਹਿਣਗੇ ਕੀ ਹੋਰ? ਦੇਖੋ, ਅੱਜ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, 8-10 ਸਾਲ ਹੋ ਗਏ ਇਹੀ ਕੰਮ ਨੂੰ ਰਿੜਕੀ ਤੁਰੀ ਜਾਂਦੇ। ਦੇਖੋ, ਮੈਂ ਅੱਜ ਸਪਸ਼ਟ ਕਰ ਦਿਆਂ ਜਗਵਿੰਦਰ ਜੀ, ਕਿਉਂਕਿ ਇਹ ਸਵਾਲ ਤੁਸੀਂ ਮੈਨੂੰ 14 'ਚ ਮਿਲੇ ਸੀ, ਉਦੋਂ ਵੀ ਤੁਸੀਂ ਮੈਨੂੰ ਇਹੀ ਸਵਾਲ ਕੀਤੇ ਸੀ। ਅੱਜ ਆਪਾਂ 21 'ਚ ਮਿਲ ਰਹੇ ਹਾਂ, ਕੰਮ ਉੱਥੇ ਹੀ ਖਲੋਤਾ। ਮੈਂ ਵੀ ਤੁਹਾਡੇ ਅੱਗੇ ਗੁਰੂ ਦੀ ਬਖਸ਼ਿਸ਼ ਨਾਲ ਬੈਠਿਆ ਹੀ ਆ, ਉਦੋਂ ਵੀ ਤੁਹਾਡੇ ਅੱਗੇ ਬੈਠਿਆ ਸੀ, ਅੱਜ ਵੀ ਤੁਹਾਡੇ ਅੱਗੇ ਬੈਠਿਆ। ਵੱਡੀ ਗੱਲ ਵੇਖੋ ਕਿ ਕੋਰਟ ਹੈ ਨਾ,
ਦੇਸ਼ 'ਚ ਕਾਨੂੰਨ ਹੈ, ਕੋਈ ਕਾਨੂੰਨ ਦੇ ਨਾਲ ਕੰਮ ਚੱਲਦਾ ਹੈ। ਕੋਈ ਬੋਲੀ ਜਾਵੇ, ਜਿਹੜਾ ਮਰਜ਼ੀ ਬੋਲੀ ਜਾਵੇ, ਤੁਹਾਡੇ ਮੇਰੇ ਬੋਲਣ ਨਾਲ ਕੱਖ ਨਹੀਂ ਹੋਣਾ। ਮੈਂ ਕਿਸੇ ਕੋਰਟ ਦਾ ਵੀ ਇਨ ਇੰਡੀਆ, ਸਾਰੇ ਦੇਸ਼ 'ਚ ਕਿਸੇ ਕੋਰਟ 'ਚ ਵੀ ਮੇਰੇ ਖਿਲਾਫ ਨਾ ਕੋਈ ਮੁਕੱਦਮਾ ਹੈ, ਨਾ ਕੋਈ ਚੱਲ ਰਿਹਾ ਹੈ। ਠੀਕ ਹੈ, ਸੋ ਵੇਅਰ ਇਜ਼ ਦ ਕੁਐਸਚਨ ਕਿ ਮੇਰੇ ਖਿਲਾਫ ਕੋਈ ਗੱਲ ਦੀ ਕਾਰਵਾਈ। ਦੂਜੀ ਗੱਲ, ਇੱਕ ਜਿਹੜਾ ਮਾਮਲਾ ਹਾਈ ਕੋਰਟ 'ਚ ਗਿਆ ਉਹ PIL ਪਈ। ਕ੍ਰਿਮੀਨਲ ਕੇਸ ਔਰ PIL 'ਚ ਬਹੁਤ ਵੱਡਾ ਅੰਤਰ ਹੈ। ਪਬਲਿਕ ਇੰਟਰਸਟ ਲਿਟੀਗੇਸ਼ਨ, ਜਿਹਨੂੰ ਮੈਂ ਸਮਝਦਾ ਪਬਲਿਕ ਇੰਟਰਸਟ ਤਾਂ ਘੱਟ ਰਹਿ ਗਈ, ਪ੍ਰਾਈਵੇਟ ਇੰਟਰਸਟ ਲਿਟੀਗੇਸ਼ਨ ਹੋ ਗਈ। ਜਿਨ੍ਹਾਂ ਨੇ ਆਪਦੇ ਸਿਆਸੀ ਮਫਾਦ ਕੱਢਣੇ ਸੀ, ਉਹ ਬੰਦਿਆਂ, ਮੈਂ ਉਹਨਾਂ ਨੂੰ ਅੱਜ ਵੀ ਕਹਿਣਾ ਕਿ ਤੁਸੀਂ ਮੇਰੇ ਰਿਸ਼ਤੇਦਾਰਾਂ ਤੇ ਮੋਢਿਆਂ ਤੇ ਰੱਖ ਕੇ ਕੀ ਖੇਡ ਖੇਡਦੇ ਹੋ। ਮੇਰੇ ਮਾਸੀ ਦਾ ਮੁੰਡਾ HS ਸਿੱਧੂ, ਪਤਾ ਨਹੀਂ ਉਹਨੂੰ ਰਿਪੋਰਟ ਕਿਹਨੇ, ਉਹ ਤਾਂ ਸੀਲਡ ਕਵਰ 'ਚ ਸੀ ਤੇ ਪੜ੍ਹਤੀ ਨਵਜੋਤ ਕੌਰ ਸਿੱਧੂ ਨੇ ਤੇ NS ਰਿਪੋਰਟ ਸਹੀ ਹੈ ਨਹੀਂ ਸਹੀ ਸੀ? ਨਹੀਂ, ਇਹ ਤਾਂ ਇਹ ਦੱਸਣ ਨਾ, ਅਸੀਂ ਤਾਂ ਵੇਖੀ ਨਾ। ਰੌਲਾ ਤੇ ਇਹੀ ਹੈ, ਕਹਿੰਦੇ ਕੈਪਟਨ ਸਾਹਿਬ ਕੁਝ ਕਰਦੇ ਨਹੀਂ, ਉਹ ਰਿਪੋਰਟ ਪੂਰਾ ਕਰਤੀ। ਗੱਲ ਤਾਂ ਸੁਣੋ ਨਾ ਪਲੀਜ਼। ਰਿਪੋਰਟ ਮੰਗੀ ਕਿਨੇ? ਪਹਿਲੀ ਗੱਲ ਕਿ ਹਾਈ ਕੋਰਟ ਨੇ ਇੱਕ ਰਿਪੋਰਟ ਨਹੀਂ ਮੰਗੀ ਹੈ। ਸਟੇਟਸ ਰਿਪੋਰਟਾਂ ਕਈ ਚਲੀ ਗਈਆਂ ਹਾਈ ਕੋਰਟ 'ਚ, ਇੱਕ ਨਹੀਂ ਗਈ, ਔਰ ਵੱਡੇ ਵੱਡੇ ਆਲਾ ਅਫਸਰ ਦੇ ਆਏ ਆ। ਮੈਨੂੰ ਤਾਂ ਉਹਨਾਂ ਰਿਪੋਰਟਾਂ ਦਾ ਵੀ ਨਹੀਂ ਅਜੇ ਤੱਕ ਪਤਾ, ਕਿਉਂਕਿ ਇਟ ਕਾਲ ਗੋਜ਼ ਇਨ ਸੀਲਡ ਕਵਰ। ਦੂਜੀ ਗੱਲ, ਇਹ ਰਿਪੋਰਟ ਇਹ ਜਿਹੜੀ ਸੀਲਡ ਕਵਰ 'ਚ ਸੀ, ਹਲੇ ਤਾਂ ਹਾਈ ਕੋਰਟ ਦੀ ਸੀਲ ਨਹੀਂ ਖੁੱਲੀ ਸੀ ਕਿ ਇੱਥੇ ਠੋਕੋਤਾਲੀ ਨੇ ਖੋਲਤੀ, ਤੇ ਰਿਪੋਰਟ ਫਿਰ ਇਹਨਾਂ ਨੇ ਬਣਾਈ ਸੀ। ਦੇਖੋ, ਮੇਰਾ ਰਿਸ਼ਤੇਦਾਰ ਜਿਹਦੇ ਨਾਲ ਸਾਡੀ ਬਣਦੀ ਨਹੀਂ ਹੋਵੇ, ਸਾਡਾ 100 ਰੌਲੇ, ਅੱਜ ਮੈਂ ਉਹ ਗੱਲਾਂ 'ਚ ਜਾਣਾ ਚਾਹੁੰਦਾ, ਸਮਾਂ ਆਊਗਾ ਉਹ ਵੀ ਦੱਸੂਗਾ। ਮੈਂ ਫੇਰ ਕਹਿ ਦਿਆਂ, 8 ਸਾਲ ਬੀਤ ਗਏ, ਕਿਸੇ ਕੋਰਟ 'ਚ ਵੀ, ਦੇਸ਼ ਦੇ ਕਿਸੇ ਕੋਰਟ ਨੇ ਵੀ, ਮਾਨਯੋਗ ਅਦਾਲਤ ਨੇ ਇਹ ਕੇਸ 'ਚ, ਜਿਹੜੇ ਆਲਰੇਡੀ ਇਹਨਾਂ ਤੇ ਫੈਸਲੇ ਹੋ ਗਏ ਆ, ਜਿਹਨੂੰ ਸਜ਼ਾ ਹੋਣੀ ਸੀ ਹੋ ਗਈ, ਜਿਹਨੂੰ ਬਰੀ ਕਰਨਾ ਸੀ ਬਰੀ ਹੋ ਗਏ, ਮਗਰ ਇਹ ਸਿਰਫ ਇਹਨਾਂ ਦੀ ਪੋਲਿਟਿਕਸ ਹੈ। ਜਦ ਆਪ ਦਾ ਫੇਲੀਅਰ ਛੁਪਾਉਣਾ, ਆਪ ਦੀ ਕਮੀ ਛੁਪਾਉਣੀ ਹੈ, ਫਿਰ ਕਦੇ ਇੱਥੇ ਨਾ ਲਾ ਦਿਓ, ਕਦੇ ਉੱਤੇ ਲਾ ਦਿਓ। ਇਹ ਠੋਕੋਤਾਲੀ ਤਾਂ ਉਦੋਂ ਮੇਰੇ ਨਾਲ ਹੁੰਦੀ ਸੀ, ਉਦੋਂ ਮਜੀਠੀਆ ਕਹਿੰਦਾ ਛੋਟਾ ਵੀਰ ਆ, ਇਹ ਚੰਮਦੀਆਂ ਮੇਰੀਆਂ ਜੁੱਤੀਆਂ ਬਣਾ ਲਵੇ। ਇਹਦੇ ਚ ਫੈਕਟਸ ਘੱਟ ਹੈ, ਜੋ ਤੁਹਾਡਾ ਕਹਿਣਾ ਹੈ। ਪੋਲਿਟਿਕਸ ਵੱਧ ਹੈ, ਸਿਆਸਤ ਵੱਧ ਹੈ, ਪਰਸਨਲ ਇੰਟਰਸਟ ਵੱਧ ਨੇ। ਤੁਹਾਡੇ ਖਿਲਾਫ ਹੀ ਕਿਉਂ ਪੋਲਿਟਿਕਸ ਹੁੰਦੀ ਹੈ? ਦੇਖੋ, ਹਰੇਕ ਦੇ ਖਿਲਾਫ ਵਿਕਰਮ ਮਜੀਠੀਆ ਥ੍ਰੈਟ ਨਹੀਂ, ਮੇਰੇ ਖਿਲਾਫ ਇਕੱਲੇ ਤੇ ਥੋੜੀ ਹੋ ਰਹੀ ਹੈ, ਕਈਆਂ ਦੇ ਖਿਲਾਫ ਹੋ ਰਹੀ ਹੈ। ਜਿੱਥੇ ਹੁਣ ਅੱਜ ਕੱਲ ਤਾਂ ਪਿਓ ਪੁੱਤ 'ਚ ਪੰਗਾ ਪੈ ਗਿਆ। ਦੇਖੋ, ਇੱਕ 17 ਦੀ ਵੀਡੀਓ ਕੱਢਿਓ, ਮੈਂ ਜ਼ਰੂਰ ਕਹੂੰਗਾ ਸੈਕਟਰ 10 ਜਿੱਥੇ ਕੈਪਟਨ ਅਮਰਿੰਦਰ ਸਿੰਘ ਜੀ ਰਹਿੰਦੇ ਸੀ, ਉੱਥੇ ਇਹਨੇ ਲਾਲ ਜੀ ਕੋਟ ਪਾਈ ਹੈ, ਪਿੰਕ ਜਾਂ ਕੋਟ ਕਮੀਜ਼ ਪਾਈ ਹੈ। ਮੈਨੂੰ ਤਾਂ ਹਾਲੇ ਤੱਕ ਉਹ ਯਾਦ ਹੈ, ਕਿਉਂਕਿ ਜਿਹਦੀ ਗੱਲ ਮੈਂ ਕਰ ਰਿਹਾ, ਇਹ ਜਿਹੜਾ ਸਿਆਸਤ ਕਰਦਾ, ਇਹਨੇ ਕਈ ਭਾਪੇ ਬਦਲੇ। ਇਹਨੇ ਆਪ ਇੱਕ ਵੀਡੀਓ ਪਲੀਜ਼ ਕੱਢਿਓ, ਕਿਸੇ ਪੱਤਰਕਾਰ ਨੇ ਕਹਿਤਾ ਕਿ ਇਹ ਠੋਕੋਤਾਲੀ ਕੈਪਟਨ ਸਾਹਿਬ ਤੁਹਾਡੀ ਸਿਫਤ ਬਹੁਤ ਕਰਦਾ, ਤੇ ਕਹਿੰਦਾ ਫਿਰ ਮੈਨੂੰ ਵੀ ਸਿਫਤ ਸੁਣਨ ਦਾ ਸ਼ੌਂਕ ਹੈ, ਇਹੀ ਦੱਸ ਦੇਵੇ। ਉਹ ਕਹਿੰਦਾ ਫਾਦਰ ਇਜ਼ ਅ ਫਾਦਰ, ਸਨ ਇਜ਼ ਅ ਸਨ। ਗੱਲ ਖਟਾ, ਤੇ ਹੋ ਗਈ ਖਟਾ ਕੇ ਉਹਨਾਂ ਨੂੰ ਪੁੱਛੋ, ਫਾਦਰ ਨਹੀਂ ਰਿਹਾ ਤੇ ਸਨ ਨਹੀਂ ਰਿਹਾ, ਕੀ ਚੱਕਰ ਹੈ? ਜਿਹੜਾ ਰੋਜ਼ ਪਾਪਾ ਬਦਲ ਲਵੇ, ਉਹਦਾ ਤੇ ਸਿਆਸਤ ਹੈ ਜੀ। ਅੱਜ ਉਹਨੇ ਲਾ ਲਿਆ ਸਾਹਿਬ ਕਿ ਉਦੋਂ ਕਪਤਾਨ ਦੀ ਲੋੜ ਸੀ 17 'ਚ, ਉਦੋਂ ਕਪਤਾਨ ਦੀ ਗੁੱਡੀ ਚੜੀ ਸੀ ਤੇ ਕਪਤਾਨ ਵਰਤ ਲਿਆ। ਅੱਜ ਵੇਖ ਲਿਆ ਕਪਤਾਨ ਦੀ ਗੁੱਡੀ ਡਿੱਗ ਰਹੀ ਹੈ ਤੇ ਮੈਂ ਹੁਣ ਕਪਤਾਨ ਦੇ ਖਿਲਾਫ ਪੰਗਾ ਪਾ ਲਾ, ਹੋਰ ਪਾਸੇ ਚਲੇ ਜਾ। ਉਦੋਂ ਸਾਡੇ ਨਾਲ 10 ਸਾਲ ਕੱਢਦੇ ਜਦੋਂ ਵੇਖਿਆ ਕਿ ਬਾਲ ਸਾਹਿਬ ਦੀ ਗੁੱਡੀ ਚੜੀ ਸੀ। ਇਹ ਜਿਹਦਾ ਤੁਸੀਂ ਕੀ ਕਰੋਗੇ? ਨਵਜੋਤ ਸਿੱਧੂ ਦੀ ਪੋਲਿਟਿਕਸ 'ਚ ਇੱਕ ਬੜੀ ਅਹਿਮ ਗੱਲ ਹੈ, ਬੀਜੇਪੀ ਨਾਲ ਨਵਜੋਤ ਸਿੱਧੂ ਦੇ ਝਗੜੇ ਦੀ ਵਜ੍ਹਾ ਵੀ ਅਕਾਲੀ ਦਲ ਬਣਿਆ, ਔਰ ਅੱਜ ਦੀ ਡੇਟ 'ਚ ਅਗਰ ਕੈਪਟਨ ਨਾਲ ਖਲਾਰਾ ਪਿਆ ਹੈ ਤੇ ਉਹਦੀ ਵਜ੍ਹਾ ਵੀ ਬਾਦਲ ਪਰਿਵਾਰ ਦੇ ਖਿਲਾਫ ਕਾਰਵਾਈ ਨਾ ਕਰਨਾ ਹੈ। ਤਾਂ ਕੁੱਲ ਮਿਲਾ ਕੇ ਨਵਜੋਤ ਸਿੱਧੂ ਦੇ ਦੋਨੋਂ ਪਾਰਟੀਆਂ 'ਚ ਝਗੜੇ ਦੀ ਵਜ੍ਹਾ 'ਚ ਕਿਤੇ ਨਾ ਕਿਤੇ ਬਾਦਲ ਪਰਿਵਾਰ ਦਾ ਵੀ ਅਹਿਮ ਰੋਲ ਹੈ। ਬਾਦਲ ਨਹੀਂ ਕਾਰਨ, ਕੁਰਸੀ ਕਾਰਨ। ਆ ਜਿੱਤੇ ਬੈਠੇ ਆ ਨਾ, ਜੇ ਮਿਲ ਜੇ ਤੇ ਕੰਮ ਮਸਲਾ ਹੱਲ। ਉਦੋਂ ਮਸਲਾ ਸਾਡੇ ਨਾਲ ਮਸਲਾ ਕੀ ਸੀ? 12 ਤੋਂ 16 ਨਵੰਬਰ ਤੱਕ ਇਹ ਸਾਡੇ ਨਾਲ ਰਹੇ, ਉਦੋਂ ਵੀ ਠੀਕ ਸੀ। ਮਗਰ ਵੇਖ ਲਿਆ ਕਿ ਹੁਣ 17 'ਚ ਬਾਦਲ ਨੂੰ ਬਾਪੂ ਆਖੇ ਨਾਲ ਜਾਂ ਸੁਖਬੀਰ ਨੂੰ ਵੱਡਾ ਭਰਾ ਆਖੇ ਨਾਲ ਮਸਲਾ ਹੱਲ ਨਹੀਂ ਹੋਣਾ। ਹੁਣ ਤਾਂ ਕੈਪਟਨ ਪਾਪਾ ਬੁਲਾਉਣਾ ਪੈਣਾ, ਨਹੀਂ ਤਾਂ ਕੰਮ ਖਰਾਬ ਹੈ। ਜੇ ਕੁਰਸੀ ਦਾ ਰੌਲਾ ਹੈ ਤੇ ਉਹ ਤੇ ਕੁਰਸੀ ਤੇ ਇਹਨਾਂ ਨੇ ਮੰਤਰੀ ਪਦ ਛੱਡਤਾ ਆਪਣਾ। ਹੁਣ ਕੈਪਟਨ ਸਾਹਿਬ ਦੁਬਾਰਾ ਬਣਾਉਣ ਨੂੰ ਫਿਰਦੇ ਸੀ, ਉਹਨਾਂ ਨੂੰ ਇਹਨਾਂ ਨੇ ਨਹੀਂ ਲਈ ਕੁਰਸੀ। ਗੱਲ ਦੱਸੋ, ਰਾਜ ਸਭਾ ਛੱਡਤੀ? ਨਹੀਂ, ਇਹਨੇ ਛੱਡੀ, ਇਹਦਾ ਕੰਨ ਫੜ ਕੇ ਛਡਾਤੀ। ਇਹ ਅੜਦਾ ਸੀ। ਕਿਉਂ? ਦੇਖੋ ਕਿਹਨੇ ਛਡਾਤੀ? ਸੁਣੋ ਨਾ, ਇਹ ਗਿਆ ਪ੍ਰਚਾਰ ਤੇ ਸਾਰੇ ਦੇਸ਼ 'ਚ। ਨਹੀਂ, ਛਡਾਈ ਕਿਨੇ? ਪਹਿਲੇ ਬੜੀ ਇੰਪੋਰਟੈਂਟ ਗੱਲ ਜਣਾ ਮੈਂ ਆ ਰਿਹਾ ਉਸ। ਇਹ ਸਾਰੇ ਪ੍ਰਚਾਰ ਇਹਨੇ ਸਾਰੇ ਦੇਸ਼ 'ਚ ਕੀਤਾ ਨਾ। ਇਹ ਜਾਂ ਧੂਆਂਧਾਰ ਪ੍ਰਚਾਰ ਕੀਤਾ ਕਿ ਰਾਹੁਲ ਗਾਂਧੀ ਦਾ ਹੀ ਭੋਗ ਪਾਤਾ। ਔਰ ਇਹਨੇ ਬਿਆਨ ਦਿੱਤਾ ਸੀ ਕਿ ਜੇ ਰਾਹੁਲ ਗਾਂਧੀ ਅਮੇਠੀ ਹਰ ਜੇ ਮੈਂ ਸਿਆਸਤ ਛੱਡ ਦੂੰ। ਇਹਨੇ ਤਾਂ ਛੱਡੀ ਨਹੀਂ, ਫਿਰ ਕਪਤਾਨ ਨੇ ਛਡਾਤੀ। ਕਿਉਂ? ਕਿਉਂਕਿ ਜਿੱਥੇ ਜਿੱਥੇ ਇਹਨੇ ਪ੍ਰਚਾਰ ਕੀਤਾ ਉਹ ਸਾਰੀ ਸੀਟਾਂ ਹੀ ਹਾਰ ਗਏ।
ਰਾਹੁਲ ਗਾਂਧੀ ਪਹਿਲੀ ਵਾਰੀ ਹੋਣਾ ਗਾਂਧੀ ਪਰਿਵਾਰ ਮੇਥੀ ਹਰ ਗਿਆ। ਔਰ ਦੂਜੀ ਗੱਲ, ਇਹਨੇ ਆ ਕੇ ਪੰਜਾਬ 'ਚ 2 ਜਗ੍ਹਾ ਵੋਟਾਂ ਮੰਗੀਆਂ, ਇੱਕ ਉਹ ਜਾਖੜ ਸਾਹਿਬ ਲਈ ਮੰਗੀ, ਉਹਦਾ ਵਿਚਾਰੇ ਦਾ ਕੁੰਡਾ ਕਰਤਾ, ਇੱਕ ਆ ਕੇ ਇੱਥੇ ਉਹ ਬਠਿੰਡੇ ਮੰਗੀਆਂ, ਉੱਥੇ ਵੀ ਕਾਂਗਰਸ ਦੇ ਕੈਂਡੀਡੇਟ ਦਾ ਕੁੰਡਾ ਕਰਤਾ। ਵਿਧਾਨ ਸਭਾ 'ਚ 25 ਚੋਂ ਮਾਝੇ 'ਚ ਕਿੰਨੀਆਂ ਸੀਟਾਂ ਗਈਆਂ ਕਾਂਗਰਸ ਨੂੰ? ਮੈਂ ਤਾਂ ਹੁਣ 19 ਦੀ ਗੱਲ ਕਰਦਾ। 17 ਦੀ ਵੀ ਕਰ ਲੈਣੇ। ਨਹੀਂ, ਆਪਾਂ 19 ਦੀ ਵੀ ਕਰ ਲਈਏ ਨਾ, ਮੈਂ ਤਾਂ ਬਾਅਦ ਦੀ ਗੱਲ ਕਰ ਰਿਹਾ। 17 'ਚ ਜੇ ਜਿੱਤ ਹੋਈ, ਤੁਸੀਂ ਕਿਸੇ ਕਾਂਗਰਸੀ ਨੂੰ ਪੁੱਛ ਲਓ, ਉਦੋਂ ਤਾਂ ਇਹਨੇ ਐਵੇਂ ਨਹੀਂ ਕੈਪਟਨ ਨੂੰ ਪਾਪਾ ਬਣਾ ਲਿਆ ਸੀ, ਇਹ 'ਚ ਦਮ ਸੀ ਤੇ ਆਵਾਜ਼ੇ ਪੰਜਾਬ ਰੱਖ ਲੈਂਦੇ, ਪਤਾ ਲੱਗ ਜਾਣਾ ਸੀ ਕਿੰਨਾ ਕੁ ਜ਼ੋਰ ਹੈ। ਇਹ ਉਦੋਂ ਹੀ ਆਵਾਜ਼ੇ ਪੰਜਾਬ ਵਾਲਿਆਂ ਨੂੰ ਤਾਂ ਵਿਚਾਰਿਆਂ ਨੂੰ ਛੱਡ ਕੇ ਉਹ ਭੱਜ ਗਿਆ, ਉਹ ਤਾਂ ਮਹਾ ਭੱਜ ਕੇ ਉਹਨਾਂ ਨੇ ਆਪਦੀ ਜਾਨ ਬਚਾਈ ਹੈ। ਇਹ ਚੜ ਗਿਆ ਪਾਪਾ ਜੀ ਨਾਲ। ਅੱਜ ਪਾਪਾ ਇਹਨੇ ਲਾ ਲਿਆ ਹਿਸਾਬ ਕਿ ਹੁਣ ਪਾਪਾ ਆਖੇ ਨਾਲ ਮਸਲਾ ਨਹੀਂ ਹੱਲ ਹੋਣਾ, ਹੁਣ ਬਾਈ ਵੇਖੋ ਕਿਵੇਂ ਜਿੱਤਣੀ ਆ। ਕੰਮ ਕੋਈ ਕੀਤਾ ਨਹੀਂ, ਇਹ ਵੀ ਨਾਲ ਵਜ਼ੀਰ ਹੀ ਸੀ। ਆਪਾਂ ਸਾਰੀ ਗੱਲ ਉਸ ਤੇ ਕੇਂਦਰਿਤ ਕਰ ਦਈਏ, ਇਹ ਤਾਂ ਠੋਕੋ ਤਾਲੀ ਤੱਕ ਮਜ਼ਾਕ ਹੈ। ਜਿਹੜਾ ਕਦੇ ਰਾਧੇ ਮਾਂ ਨੂੰ ਬਣਾ ਲਵੇ, ਉਹਦਾ ਚੇਲਾ ਬਣ ਜੇ, ਕਦੇ ਰਾਮ ਰਹੀਮ ਦਾ ਭਗਤ ਬਣ ਜੇ, ਕਦੇ ਬਾਪੂ ਆਸਾ ਰਾਮ ਦੀ ਗੱਲ ਕਰਦੇ, यूं तो हर जगह रब की बात होती है, ਰਾਮ ਰਹੀਮ ਦੇ ਦਰਬਾਰ 'ਚ ਰੱਬ ਨਾਲ ਮੁਲਾਕਾਤ ਹੁੰਦੀ ਹੈ। ਮਤਲਬ ਇਹ ਜਿਹਦਾ ਕੀ ਕਰੋਗੇ ਜੀ? ਮੌਕਾ ਪ੍ਰਸਤੀ ਤੇ ਕੁਰਸੀ, ਰੌਲਾ ਸਾਡਾ ਨਹੀਂ। ਜਦੋਂ ਵੀ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦੇ ਆ ਤੇ ਅਕਾਲੀ ਦਲ ਨੂੰ ਮਿਰਚ ਕਿਉਂ ਲੱਗਦੀ ਹੈ? ਨਹੀਂ, ਸਾਨੂੰ ਗੱਲ ਤਾਂ ਖੁਸ਼ੀ ਹੁੰਦੀ ਆ। ਸਾਨੂੰ ਦੁੱਖ ਤਾਂ ਦੇਖੋ ਤੁਹਾਨੂੰ ਵੀ ਹੋਊਗਾ ਜੇ ਪਿਓ ਪੁੱਤ ਲੜ ਪੈਣ, ਮਗਰ ਸਾਨੂੰ ਪਤਾ ਢਿੱਡੋਂ ਇਹਨਾਂ ਦਾ ਹਾਲ ਕੀ ਹੈ। ਇਹ ਮੌਕਾ ਪ੍ਰਸਤ ਵਾਲੇ ਲੋਕ ਨੇ। ਜੇ ਕਪਤਾਨ 'ਚ ਨੁਕਸ ਸੀ, ਤੁਸੀਂ ਕਹਿੰਦੇ ਹੋ ਇਹਨੇ ਠੁਕਰਾਤਾ, ਤੇ ਫਿਰ ਕਿਉਂ ਇਹ ਰਾਵਤ ਸਾਹਿਬ ਦਾ ਤੁਸੀਂ ਇੰਟਰਵਿਊ ਲਿਆ? ਕੀ ਕਹਿੰਦੇ ਸੀ ਰਾਵਤ ਸਾਹਿਬ? ਬਸ ਮੈਂ ਨੇੜੇ ਲਾਤੇ, ਮੈਂ ਫੈਸਲਾ ਕਰਾਤਾ। ਮਸਲਾ ਕੀ ਸੀ? ਮੈਨੂੰ ਪਹਿਲਾਂ ਵਾਲੀ ਵਜ਼ੀਰੀ ਦੇ। ਉਹ ਕਹਿੰਦਾ ਮੈਂ ਪਹਿਲਾਂ ਵਾਲੀ ਨਹੀਂ ਦੇਣੀ, ਨਵੀਂ ਦਊਂਗਾ, ਤੂੰ ਮੇਰੀ ਮਰਜ਼ੀ ਨਾਲ ਇੱਕ ਵਾਰੀ ਬਣ ਫੇਰ ਦਊਂਗਾ। ਇਹ ਤੁਹਾਨੂੰ ਕਿਵੇਂ ਪਤਾ? ਪੁਰਾਣੀ ਇਹ ਸਾਰੀ ਜਗ੍ਹਾ ਖਬਰ ਛਪੀ ਆ। ਫਿਰ ਇਹ ਕਹਿੰਦਾ ਨਹੀਂ ਮੈਨੂੰ ਡਿਪਟੀ ਸੀਐਮ ਬਣਾ ਦੇ। ਉਹ ਕਹਿੰਦਾ ਨਹੀਂ ਡਿਪਟੀ ਸੀ। ਫਿਰ ਜੇ ਨਹੀਂ ਇਹਨੂੰ ਨਹੀਂ ਏਡਾ ਵਜ਼ੀਰੀ ਕੁਰਸੀ ਦਾ ਸ਼ੌਂਕ, ਤੇ ਬਾਰ-ਬਾਰ ਭੱਜ ਉੱਥੇ ਰੋਟੀ ਕਿਉਂ ਖਾਂਦਾ ਸੀ, ਨਾਸ਼ਤੇ ਕਿਉਂ ਕਰਦਾ ਸੀ, ਐ ਜੱਫੀਆਂ ਕਿਉਂ ਪਾਉਂਦਾ ਸੀ? ਦੇਖੋ ਜਦ ਉਹਨੇ ਵੇਖੋ, ਉਹ ਵੀ ਅੱਗੇ ਕਲਾਕਾਰ, ਸਾਰੇ ਕਾਂਗਰਸੀ ਵੈਸੇ ਤਾਂ ਕਲਾਕਾਰ ਹੈ। ਉਹ ਚੀਕੂ ਚੀਤਾਫਲ ਵੀ ਬੜੀ ਗਾਂਹ ਦੀ ਗੱਲ ਹੈ। ਉਹਨੇ ਵੀ ਮੁਕਾਤਾ, ਉਹਨੇ ਕਦੇ ਇਧਰਲੇ ਮੋਢੇ ਤੇ ਹੱਥ ਪਾ ਲਿਆ, ਕਦੇ ਉਧਰਲੇ ਪਾ ਲਿਆ, ਤੇ ਕਹਿੰਦਾ ਬਣਾਉ ਮੈਂ ਆਪਦੀ ਮਰਜ਼ੀ ਦਾ ਮੁੱਖ ਮੰਤਰੀ, ਮੈਂ 17 ਮੈਂ ਜਿਤਾਈ ਤੇ ਮੈਂ ਦੱਸੂ, ਤੂੰ ਨਹੀਂ ਕਿ ਪ੍ਰਧਾਨ ਬਣ ਜੇ। ਅੱਜ ਕੀ ਰੌਲਾ ਸੀ? ਇੰਨੀ ਤੁਸੀਂ ਖਬਰ ਛਾਪੀ। ਹੁਣ ਜੀ ਜਦੋਂ ਰਾਹੁਲ ਗਾਂਧੀ ਆਇਆ ਸੀਗਾ ਇੱਥੇ ਪੰਜਾਬ ਦੇ ਦੌਰੇ ਤੇ, ਕੱਲ ਬਣ ਗਿਆ ਜੀ, ਪਰਸੋਂ ਬਣ ਗਿਆ ਜੀ, ਚੌਥ ਬਣ ਗਿਆ ਜੀ, ਇਹ ਗੱਲਾਂ ਕਿ ਤੁਹਾਨੂੰ ਕੌਣ ਦੱਸਦਾ? ਤੁਹਾਡੇ ਸਹਿਲਾ ਅਰਥਾਂ, ਤੁਹਾਨੂੰ ਵੀ ਪਤਾ ਸੀ, ਮੰਗਦਾ ਫਿਰਦਾ ਸੀ। ਉਹ ਜਦ ਨਹੀਂ ਮਸਲਾ ਹੱਲ ਹੋਇਆ ਤੇ ਹੁਣ ਇਹਨੂੰ ਲੱਗ ਗਿਆ ਕਿ ਹੁਣ ਲਏ ਦਾ ਕੀ ਫਾਇਦਾ, ਹੁਣ ਬਣਨਾ ਕੁਝ। ਪਰ ਨਵਜੋਤ ਸਿੱਧੂ ਹਮੇਸ਼ਾ ਕਹਿੰਦੇ ਮੈਂ ਤਾਂ ਕਦੀ ਕੋਈ ਪੋਸਟ ਮੰਗੀ ਨਹੀਂ, ਕੋਈ ਕੁਰਸੀ ਮੰਗੀ ਨਹੀਂ। ਉਹਨਾਂ ਦੀ ਹਰ ਸਟੇਟਮੈਂਟ 'ਚ ਹੁੰਦਾ ਹੈ ਕੈਪਟਨ ਵੀ ਕੁਰਸੀ ਲਈ ਗਿਆ, ਬਾਲ ਸਾਹਿਬ ਨੇ ਟਿਕਟ ਨਹੀਂ ਦਿੱਤੀ, ਕੁਰਸੀ ਚਾਹੀਦੀ ਸੀ, ਇਹ ਵੀ ਕੁਰਸੀ ਹੈ। ਬਿਲਕੁਲ ਸਹੀ ਗੱਲ ਤੁਸੀਂ ਕੀਤੀ। ਮਸਲਾ ਸਿਰਫ ਕੁਰਸੀ ਦਾ ਹੈ, ਮਸਲਾ ਨਾ ਗੁਰਸਿੱਖਾਂ ਨਾਲ, ਮਸਲਾ ਨਾ ਕਿਸੇ ਹੋਰ ਨਾਲ, ਮਸਲਾ ਸਿਰਫ ਸਾਨੂੰ ਬਿਠਾ ਦਿਓ ਹੱਟ ਸੀਟ ਤੇ, ਕੁਰਸੀ ਮਿਲ ਜੇ ਤੇ ਮਸਲਾ ਹੱਲ। ਅਕਾਲੀ ਦਲ ਇਹ ਸਭ ਗੱਲਾਂ ਕਰਕੇ ਕਿ ਬੇਅਦਬੀ ਵਾਲਾ ਇਸ਼ੂ ਖਤਮ ਕਰ ਲੇਗਾ? ਬਿਲਕੁਲ ਨਹੀਂ ਹੋਣਾ ਜੀ। ਨਾ ਸ਼੍ਰੋਮਣੀ ਅਕਾਲੀ ਦਲ ਦੀ ਇਹ ਸੋਚ ਹੈ। ਸਾਡੇ ਲਈ ਜਿਹੜੀ ਸਭ ਤੋਂ ਅਫਸੋਸਜਨਕ ਕੋਈ ਗੱਲ ਹੈ ਔਰ ਸ਼ਰਮਿੰਦਗੀ ਦੀ ਗੱਲ ਹੈ, ਔਰ ਮੈਂ ਸਮਝਦਾ ਸਾਡੇ 'ਚ ਕਮੀ ਪੇਸ਼ੀ ਰਹੀ ਹੈ, ਔਰ ਸਾਡੇ ਤੋਂ ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਮਤਲਬ ਸਾਡੇ ਤੋਂ ਕੋਈ ਢਿੱਲ ਭੁੱਲ ਹੋਈ ਹੋਣੀ ਕਿ ਜਿਹੜਾ ਸਾਡੇ ਸਮਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ 'ਚ ਇਹ ਘਟਨਾਵਾਂ ਵਾਪਰੀਆਂ, ਦੁਖਦਾਈ ਘਟਨਾਵਾਂ ਵਾਪਰੀਆਂ, ਔਰ ਇਹਨਾਂ ਘਟਨਾਵਾਂ ਦੇ ਕਰਕੇ ਉਹਦਾ ਬਹੁਤ ਵੱਡਾ ਖਾਮਿਆਜਾ ਸ਼੍ਰੋਮਣੀ ਅਕਾਲੀ ਦਲ ਨੂੰ ਚੁੱਕਣਾ ਵੀ ਪਿਆ। ਭਾਵੇਂ ਇਹਦੇ 'ਚ ਅਸੀਂ ਲੂਜ਼ ਹੀ ਕੀਤਾ ਸਾਰੇ ਕੰਮ 'ਚ। ਬੜੇ ਕਹਿ ਦਿੰਦੇ ਨਾ ਇਹਨਾਂ ਨੇ ਕਰਾਈ ਆ, ਉਹਨਾਂ ਨੇ ਕਰਾਈ ਆ, ਸਾਨੂੰ ਕੀ ਲੱਭਿਆ ਜੀ ਇਹਦੇ 'ਚੋਂ? ਐਵੇਂ ਕਹਿਣ ਦੀਆਂ ਗੱਲਾਂ ਨੇ। ਜਿਨ੍ਹਾਂ ਨੇ ਫਾਇਦਾ ਚੁੱਕਿਆ ਅੱਜ ਉਹ ਫਸਦੇ ਫਿਰਦੇ। ਇਹ ਰੱਬ ਦੇ ਰੰਗ ਹੈ। ਕਹਿੰਦੇ ਰਾਮ ਰਹੀਮ ਨੂੰ ਫਾਇਦਾ ਦੇਣ ਲਈ, ਉਹ ਵੋਟ ਬੈਂਕ ਨੂੰ ਕੈਸ਼ ਕਰਨ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਹ ਗੱਲ ਕਹਿ ਦੇਣੀ ਕਿਸੇ ਵੇਲੇ ਵੀ ਸਾਡੇ ਵਾਸਤੇ, ਸਾਡੇ ਸਮਿਆਂ 'ਚ ਉਹ ਗੱਲ ਵਾਪਰ ਜਾਣੀ। ਔਰ ਤੁਸੀਂ ਵੇਖੋ ਉਹ ਗੱਲਾਂ ਦਾ ਜਿੰਨਾ ਸਾਨੂੰ ਦੁੱਖ ਹੈ, ਦੁੱਖ ਸਭ ਨੂੰ ਹੈ, ਮਗਰ ਕੋਈ ਕਵੇ ਕਿ ਸਾਨੂੰ ਉਸ ਗੱਲ ਦਾ ਦੁੱਖ ਹੈ, ਘੱਟ ਹੈ, ਇਹ ਗਲਤ ਗੱਲ ਹੋ ਗਈ। ਹਾਂ, ਇਹ ਜ਼ਰੂਰ ਹੈ ਕਈਆਂ ਨੇ ਉਹਨੂੰ ਰਾਜਨੀਤੀ ਦਾ ਹਿੱਸਾ ਬਣਾਇਆ, ਪੋਲਿਟਿਕਸ ਦਾ ਹਿੱਸਾ ਬਣਾਇਆ। ਕੋਈ ਬੇਵਕੂਫ ਬੰਦਾ ਹੈ ਇਹਦੇ ਵਰਗੇ ਜਿਹੜੇ ਕਹਿਣਗੇ ਅਸੀਂ ਗੁਰੂ ਸਾਹਿਬ ਨੂੰ ਇਨਸਾਫ ਦੇ ਦਿਆਂਗੇ। ਗੁਰੂ ਸਾਹਿਬ ਤਾਂ ਆਪ ਸਮਰੱਥ ਹੈ ਯਾਰ, ਉਹ ਇਨਸਾਫ ਦੁਨੀਆ ਨੂੰ ਦਿੰਦੇ। ਤੁਸੀਂ ਕੌਣ ਹੁੰਦੇ ਹੋ ਗੁਰੂ ਸਾਹਿਬ ਨੂੰ ਇਨਸਾਫ ਦੇਣ ਵਾਲੇ? ਸੱਚੇ ਪਾਤਸ਼ਾਹ ਜਾਣੀ ਜਾਣੇ। ਦੇਖੋ ਕੋਟ ਕਾਟ ਆਪ ਦੀ ਥਾਂ, ਗੁਰੂ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਹੈ। ਹੁਣ SIT ਨਵੇਂ ਸਿਰੇ ਤੋਂ ਬਣਾਤੀ ਹੈ, ਉਹੀ ਕਾਂਗਰਸੀ ਫਿਰ ਇੱਕ ਵਾਰੀ ਕਹਿ ਰਹੇ ਆ ਕਿ ਜਾਂਚ 45 ਦਿਨਾਂ 'ਚ ਹੋਣੀ ਚਾਹੀਦੀ ਹੈ। ਹੁਣ ਗੱਲ ਕੀਤੀ ਬੜੀ ਵਧੀਆ। ਜਾਂ ਨਹੀਂ ਹੋਣੀ ਚਾਹੀਦੀ। ਮੈਂ ਕਹਿੰਦਾ ਜੀ 10 ਦਿਨਾਂ 'ਚ ਕਰ ਦਿਓ।
ਜੇ ਕੁਝ ਹੈ ਕਿਸੇ ਕੋਲ ਐਵੇਂ ਹੋਰ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਕਰ ਦੇਣੀ, ਉਹ ਕਰ ਦੇਣਾ, ਜਿਨ੍ਹਾਂ ਦਾ ਮਕਸਦ ਹੀ ਮਤਲਬ ਹੀ ਕੋਈ ਨਹੀਂ। ਕੀ ਪ੍ਰੈਸ ਕਾਨਫਰੰਸ ਇਜ਼ ਅਬਾਊਟ ਦ ਕੋਰਟਸ? ਤੁਸੀਂ ਕੀ ਕਹਿ ਰਹੇ ਹੋ, ਮੈਂ ਕੀ ਕਹਿ ਰਿਹਾ? ਇਜ਼ ਥੀਸ ਜੋਕਰਸ ਅਬਵ ਦ ਚੀਫ ਜਸਟਿਸ? ਆਰ ਦੇ ਅਬਵ ਦ ਹਾਈ ਕੋਰਟ ਜੱਜਸ? ਇਹਨਾਂ ਦੇ ਹੱਕ 'ਚ ਫੈਸਲਾ ਆਵੇ। ਹਾਈ ਕੋਰਟ ਮਹਾਨਯੋਗ, ਹਾਈ ਕੋਰਟ ਮਹਾਨਯੋਗ। ਪੰਜਾਬ ਦੇ ਮੰਤਰੀਆਂ ਨੂੰ ਜੋਕਰ ਕਹਿ ਰਹੇ ਹੋ, ਐਮਐਲਏ ਨੂੰ ਜੋਕਰ ਕਹਿ ਰਹੇ ਹੋ ਤੁਸੀਂ। ਜੇ ਕੋਈ ਜੋਕਰ ਵਾਲੇ ਕੰਮ ਕਰੂ ਤਾਂ ਮੈਂ ਹੋਰ ਕੀ ਕਹੂੰ? ਮੈਂ ਤਾਂ ਕੱਲਾ ਜੋਕਰ ਹੀ ਕਹਿ ਰਿਹਾ, ਲੋਕ ਤਾਂ ਬਹੁਤ ਕੁਝ ਕਹਿੰਦੇ। ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਪੂਰੇ ਮਸਲੇ 'ਚ ਪੰਜਾਬ ਦੀ ਪੋਲਿਟਿਕਸ ਦਾ, ਅਗਰ ਕਾਂਗਰਸ ਦੀ ਪੋਲਿਟਿਕਸ ਦੇਖੀਏ, ਉਹਦਾ ਸੈਂਟਰ ਪੁਆਇੰਟ ਬਣ ਗਿਆ? ਹੁਣ ਹਰ ਬੰਦਾ ਦੇਖ ਰਿਹਾ ਕਿ ਨਵਜੋਤ ਸਿੰਘ ਸਿੱਧੂ ਕੀ ਕਰਨਗੇ। 2022 ਦਾ ਇਲੈਕਸ਼ਨ ਨਵਜੋਤ ਸਿੱਧੂ ਦੇ ਆਲੇ ਦੁਆਲੇ ਘੁੰਮ ਰਿਹਾ। ਦੇਖੋ, ਤੁਹਾਡਾ ਉਹਦੇ ਨਾਲ ਪਿਆਰ ਬੜਾ ਹੈ ਤਾਂ ਮੈਨੂੰ ਪਤਾ, ਇਧਰ ਦੁਨੀਆ ਜਾਣਦੀ। ਸਾਡੇ ਵੱਲੋਂ ਉਹ ਜਾਵੇ, ਉਹ ਬਣਾਵੇ ਪਾਪਾ ਕਪਤਾਨ ਨੂੰ, ਉਹ ਬਣਾਵੇ ਪਾਪਾ ਕੇਜਰੀਵਾਲ ਨੂੰ, ਉਹ ਬਣਾਵੇ ਪਾਪਾ ਵਾਜੇ ਪੰਜਾਬ ਬਣੇ, ਉਹ ਕੁਝ ਹੋਰ ਬਣੇ, ਉਹ ਕੀ ਨਾ ਕਰੇ। ਹਾਊ ਇਜ਼ ਇਟ ਮਾਈ ਕੰਸਰਨ? ਅਸੀਂ ਤਾਂ ਤਮਾਸ਼ਾ ਵੇਖ ਰਹੇ ਨਾ। ਤੁਸੀਂ ਵੱਡੇ ਵਿਰੋਧੀ ਧਿਰੋ, ਉਹ ਨਹੀਂ, ਤੁਹਾਡੇ ਲਈ ਉਹ ਮੈਟਰ ਕਰਦਾ ਹੈ। ਉਹ ਨਹੀਂ, ਅਸੀਂ ਤਾਂ ਤਮਾਸ਼ਾ ਵੇਖ ਰਹੇ ਆ, ਪ੍ਰਮਾਤਮਾ ਦੇ ਰੰਗ ਵੇਖ ਰਹੇ ਆ ਕਿ ਜਿਹੜੇ ਐਡੀ ਗਲਵੱਕੜੀ ਪਾਈ ਸੀ, ਜਿਹੜੇ ਕਹਿੰਦੇ ਹੁਣ 100 ਸੀਟਾਂ ਆਉਣਗੀਆਂ, ਉਹਨਾਂ ਦੀ 10 ਸੀਟਾਂ ਵੱਲ ਤੁਰੇ ਜਾਂਦੇ। ਇਹ ਰੱਬ ਦੇ ਰੰਗ ਨੇ। ਦੇਖੋ, ਪ੍ਰਮਾਤਮਾ ਕੋਈ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਟੈਂਪਰਾਮੈਂਟ ਮਹਿਸੂਸ ਕਰ ਰਹੇ ਹੋ ਤੁਸੀਂ? ਨਹੀਂ, ਇਹ ਸਭ ਬਣਨਾ ਹੀ ਸੀ। ਇਹ ਦੇਖੋ, ਇਹਨਾਂ ਨੇ 10 ਸੀਟਾਂ ਤੇ ਕਿਵੇਂ ਆ ਗਏ? ਉਹ ਤੇ ਕਹਿ ਰਹੇ ਸੀ ਸਰਕਾਰ ਬਣ ਰਹੀ ਹੈ, ਕੈਪਟਨ ਸਾਹਿਬ ਦੁਬਾਰਾ ਪਾਵਰ ਚ ਆ ਰਹੇ ਆ। ਲੱਗ ਜੂ ਪਤਾ, ਤਦੇ ਤਾਂ ਕਪਤਾਨ ਨੂੰ ਲਾਉਣ ਚੱਲੇ ਆ। ਅਕਾਲੀ ਦਲ ਲਈ ਟਫ ਚੈਲੰਜ ਕੌਣ ਹੈ? ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ 22 ਚ ਲੜੇ ਤਾਂ ਜ਼ਿਆਦਾ ਟਫ ਚੈਲੰਜ ਹੈ, ਜਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਚ ਲੜੇ? ਸਾਡੇ ਲਈ ਪੰਜਾਬ ਦੇ ਲੋਕ ਔਰ ਸਾਡੇ ਲਈ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ ਕਾਂਗਰਸ ਦਾ, ਔਰ ਪੰਜਾਬ ਦੇ ਲੋਕਾਂ ਨਾਲ ਕੱਲਾ ਨਹੀਂ, ਸਿੱਖਾਂ ਨਾਲ ਜੋ ਐਟੀਟਿਊਡ ਗਾਂਧੀ ਪਰਿਵਾਰ ਦਾ ਔਰ ਕਾਂਗਰਸ ਦਾ ਰਿਹਾ, ਇਹ ਸਾਰੇ ਮੁੱਦੇ, ਘਰ ਘਰ ਨੌਕਰੀ, ਮੁਲਾਜ਼ਮਾਂ ਦੇ TADA ਨਹੀਂ ਦੇਣੇ, ਕਿਸਾਨਾਂ ਦੇ ਬਕਾਏ ਨਹੀਂ ਦੇਣੇ, ਕਿਸਾਨਾਂ ਨੂੰ ਇਹ ਵਾਅਦਾ। ਤੁਸੀਂ ਵੇਖੋ, ਸਭ ਤੋਂ ਤੁਸੀਂ ਕਿਹਦਾ ਮਜ਼ਾਕ ਉਡਾ ਸਕਦੇ? ਇਹਨਾਂ ਨੂੰ ਮੁੱਦਾ ਬਣਾਓਗੇ ਤੁਸੀਂ? ਇਹ ਸਾਰੇ ਮੁੱਦੇ ਬਣਨੇ, ਅਸੀਂ ਥੋੜੀ ਬਣਾਉਣੇ। ਇੱਕ ਮੈਂ ਗੱਲ ਦੱਸਾਂ ਜੀ, ਇਹ ਭੁਲੇਖਾ ਹੁੰਦਾ ਕਿ ਕੋਈ ਪੋਲੀਟੀਕਲ ਪਾਰਟੀ ਕੋਈ ਮੁੱਦਾ ਬਣਾਉਂਦੀ ਹੈ। ਨਹੀਂ, ਮੈਨੀਫੈਸਟੋ ਤਾਂ ਪੋਲੀਟੀਕਲ ਪਾਰਟੀ ਦਾ ਹੀ ਹੁੰਦਾ ਹੈ ਨਾ। ਲੋਕ ਮੁੱਦਾ ਬਣਾਉਂਦੇ ਜੀ, ਜਿਹੜੀ ਚੀਜ਼ ਲੋਕਾਂ ਨੂੰ ਛੂਹਣ ਵਾਲੀਆਂ ਹੁੰਦੀਆਂ, ਜਿਹਦੇ ਨਾਲ ਲੋਕਾਂ ਨੂੰ ਹੁੰਦਾ ਕਿ ਯਾਰ ਕਿ ਦੇਖੋ, ਖੁਦਕੁਸ਼ੀ ਪਰਿਵਾਰ ਇੱਕ ਬੜਾ, ਉਹਨਾਂ ਦੇ ਵਿਚਾਰਿਆਂ ਦੇ ਮਜਬੂਰੀ ਵਾਲੇ ਹਾਲਾਤ ਨੇ, ਜਿਨ੍ਹਾਂ ਨੂੰ ਕਿਸਾਨੀ ਚੋਂ ਕੁਝ ਲੱਭ ਨਹੀਂ ਰਿਹਾ। ਉਹਨਾਂ ਦਾ ਜਾ ਕੇ ਇਹਨਾਂ ਨੇ ਫਾਇਦਾ ਉਠਾਇਆ, ਸ਼ੋਸ਼ਣ ਕੀਤਾ, ਫਾਰਮ ਭਰਾਏ ਔਰ ਇਹ ਗੱਲ ਕਹਿਤੀ ਕਿ ਅਸੀਂ ਸਾਰਾ ਤੁਹਾਡਾ ਕਰਜ਼ਾ ਮਾਫ ਕਰਾਂਗੇ, ਚਾਹੇ ਉਹ ਆੜ੍ਹਤੀਏ ਦਾ, ਚਾਹੇ ਉਹ ਬੈਂਕ ਦਾ ਹੈ ਤੇ ਚਾਹੇ ਕੋਆਪਰੇਟਿਵ ਦਾ। ਕੀ ਕਰਤਾ ਜੀ? ਫਿਰ ਦੂਜੀ ਗੱਲ ਇਹ ਗੱਲ ਕਹੀ ਕਿ ਜੇ ਕੋਈ ਖੁਦਕੁਸ਼ੀ ਤੁਹਾਡੇ ਪਰਿਵਾਰ 'ਚ ਹੁੰਦੀ ਹੈ, ਅਸੀਂ 10 ਲੱਖ ਮਦਦ ਦੇ ਤੌਰ ਦੇਵਾਂਗੇ, ਸਾਰਾ ਕਰਜ਼ਾ ਮਾਫ ਕਰਾਂਗੇ, ਇੱਕ ਨੌਕਰੀ ਦੇਵਾਂਗੇ। ਕੀ ਉਹ ਦਿੱਤੀ? ਹਾਊ ਕੈਨ ਯੂ ਐਕਸਪਲੋਇਟ? ਤੁਸੀਂ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਐਕਸਪਲੋਇਟ ਕਰਨ ਲੱਗ ਗਏ ਹੋ। ਫਿਰ ਘਰ ਘਰ ਨੌਕਰੀ, ਸਭ ਤੁਹਾਨੂੰ ਵੀ ਪਤਾ ਹੈ, ਅੱਜ ਹਰ ਬੱਚਾ ਬੱਚੀ ਜਿਨ੍ਹਾਂ ਦੇ ਮਾਪਿਆਂ ਨੇ ਆਪਦੇ ਬੱਚਿਆਂ ਨੂੰ ਪੜ੍ਹਾ ਲਿਆ ਹੋਵੇ, ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਸਾਡਾ ਬੱਚਾ ਪੜ੍ਹ ਲਿਆ, ਅੱਗੇ ਗਿਆ ਹੋਇਆ, ਸਾਡੀ ਬੱਚੀ ਪੜ੍ਹ ਲੈ ਗਈ, ਇਹਨੂੰ ਨੌਕਰੀ ਮਿਲ ਜੇ। ਘਰ ਘਰ ਉਹ ਫਾਰਮ ਭਰਤੇ। ਸ਼ਾਇਦ ਕਦੇ ਇਤਿਹਾਸ 'ਚ ਨਹੀਂ ਹੋਇਆ ਕਿ MLA, ਵਜ਼ੀਰਾਂ, ਇਹਨਾਂ ਸਾਰਿਆਂ ਨੇ, ਇਹਨਾਂ ਨੂੰ ਮੈਂ ਬਾਰ-ਬਾਰ ਕਹਿ ਰਿਹਾ, ਇਟ ਇਜ਼ देयर ਕਲੈਕਟਿਵ ਰਿਸਪੌਂਸਿਬਿਲਿਟੀ। ਅੱਜ ਤੁਸੀਂ ਇੱਕ ਤੇ ਮੜ ਕੇ ਨਹੀਂ ਭੱਜ ਸਕਦੇ। ਜਿੰਨੇ ਫੈਸਲੇ ਹੋਏ ਸੀ ਉਹ ਕਲੈਕਟਿਵ ਡਿਸੀਜਨ ਸੀ। ਤੁਸੀਂ ਆ ਕੇ ਇੱਥੇ ਟੇਬਲ ਥਪਥਪਾਉਂਦੇ ਸੀ। ਅੱਜ ਤੁਸੀਂ ਵੇਖ ਲਿਆ ਕਿ ਹੁਣ ਫਸ ਗਏ ਆ ਤੇ ਤੁਸੀਂ ਸਮਝਦੇ ਹੋ ਇੱਕ ਤੇ ਮੜ ਕੇ ਚਲੇ ਜਾਓਗੇ। ਲੋਕ ਬੜੇ ਸਿਆਣੇ। 22 ਚ ਤੁਸੀਂ ਇਹ ਮੁੱਦਾ ਵੀ ਬਣਾਣਾ ਨਾ ਕਿ 17 ਚ ਬੇਅਦਬੀ ਦੇ ਮੁੱਦੇ ਤੇ ਕਾਂਗਰਸ ਨੇ ਕਮਿਸ਼ਨ ਬਣਾਉਣ, ਇਨਸਾਫ ਦੇਣ ਲਈ ਚੋਣ ਜਿੱਤੀ ਸੀ ਤੇ 22 ਤੱਕ ਉਹ ਨਹੀਂ ਹੋਇਆ, ਤੇ ਇਹਨੂੰ ਵੀ ਮੁੱਦਾ ਬਣਾਇਓ ਨਾ ਤੁਸੀਂ ਆਪਣੇ ਮੈਨੀਫੈਸਟੋ ਚ ਲਿਆਇਓ ਨਾ। ਪਟਿਆਲ ਸਾਹਿਬ, ਮੈਨੀਫੈਸਟੋ ਚ ਕੀ ਆਉਂਦਾ? ਨਹੀਂ, ਤੁਸੀਂ ਇਹ ਲਿਆਓ ਨਾ ਕਿ ਬੇਅਦਬੀ ਦਾ ਮਿਸਯੂਜ਼ ਹੋਇਆ ਜਾਂ ਯੂਜ਼ ਹੋਇਆ ਪੋਲੀਟੀਕਲੀ। ਤੁਸੀਂ ਆਪ ਹੀ ਕਹਿੰਦੇ ਲੀਗਲ ਡਾਕੂਮੈਂਟ ਬਣਾਓ। ਮੈਂ ਦੇਖੋ, ਮੈਂ ਆਪ ਹੀ ਕਹਿ ਰਿਹਾ, ਮੁੱਦੇ ਕੀ ਬਣਦੇ ਨੇ ਜਿਹੜੇ ਲੋਕਾਂ ਨੂੰ ਅਫੈਕਟਡ ਹੁੰਦੇ ਆ। ਜਿਹੜੇ ਜੇ ਕਿਸਾਨੀ, SC ਸਕਾਲਰਸ਼ਿਪ, ਮੁਲਾਜ਼ਮ ਦੇ ਭੱਤੇ, ਮੁਲਾਜ਼ਮ ਦਾ ਪੇ ਕਮਿਸ਼ਨ ਨਹੀਂ ਲਾਗੂ ਹੋਣਾ, ਮੁਲਾਜ਼ਮਾਂ ਨੂੰ ਕਿੱਡੀ ਠੱਗੀ, ਇਹ ਬੇਅਦਬੀ ਇਸ਼ੂਜ਼, ਇਹ ਸਾਰੇ ਇਸ਼ੂ ਬਣਨੇ ਆ। ਇਹ ਬਣਾਉਣ ਦੀ ਲੋੜ ਨਹੀਂ, ਇਹ ਬਣੇ ਪਏ ਆ। ਬਣਾਉਂਗੇ ਕੀ? ਇਹ ਜਿਹਨੂੰ ਕਿਸਾਨੀ ਨਾਲ ਮਕਸਦ ਹੈ ਉਹਦੇ ਲਈ ਇਹ ਮੁੱਦਾ ਹੈ। ਜਿਹੜੇ ਗੁਰਸਿੱਖ ਨੇ ਉਹਨਾਂ ਲਈ ਬੇਅਦਬੀ ਦਾ ਸੱਚਾਈ ਸਾਹਮਣੇ ਆਉਣਾ ਮੁੱਦਾ ਹੈ। ਜਿਹੜੇ ਉਹ 2 ਸਿੰਘ ਉੱਥੇ ਮਾਰਤੇ ਸੀ, ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲਣਾ, ਉਹਨਾਂ ਲਈ ਉਹ ਮੁੱਦਾ ਹੈ। ਹਰ ਬੰਦੇ ਲਈ ਅੱਡ ਮੁੱਦਾ ਹੈ। ਦਲਿਤ ਲਈ ਰੋਟੀ, ਦਲਿਤ ਦਾ ਵਜੀਫਾ, ਦਲਿਤ ਲਈ ਪੈਨਸ਼ਨ, ਗਰੀਬਾਂ ਦੇ ਸਕਾਲਰਸ਼ਿਪ, ਉਹਨਾਂ ਲਈ ਉਹ ਮੁੱਦਾ ਹੈ। ਵਪਾਰੀ ਲਈ 5 ਰੁਪਏ ਬਿਜਲੀ ਦਾ ਵਾਅਦਾ ਕਰਕੇ 10 ਰੁਪਏ ਮਿਲਣੀ ਇੰਡਸਟਰੀ ਲਈ, ਉਹਨਾਂ ਲਈ ਉਹ ਮੁੱਦਾ ਹੈ। ਹਰ ਵਰਗ ਲਈ ਮੁੱਦਾ ਅੱਡ ਹੈ। ਉਹ ਤਾਂ ਕਹਿੰਦੇ ਬਿਜਲੀ 'ਚ ਤੁਸੀਂ ਐਗਰੀਮੈਂਟ ਹੀ ਐਸੇ ਕੀਤੇ ਹੈ
ਉਹ ਤਾਂ ਕੀ ਕਰਜੀ ਖਾਈ ਜਾਣ। ਦੱਸੋ ਅਸੀਂ ਜਦੋਂ ਕੀਤੇ ਸੀ ਐਗਰੀਮੈਂਟ ਉਦੋਂ ਬੱਤੀ ਕਿੰਨੇ ਦੀ ਮਿਲਦੀ ਸੀ? 5 ਰੁਪਏ ਦੀ। ਅੱਜ 10 ਰੁਪਏ ਦੀ 11 ਰੁਪਏ ਦੀ ਕਿਉਂ ਹੋਈ? ਲਾ ਸਰਚਾਰਜ, ਕਾਓ ਸੈਸ, ਫਲਾਣਾ ਸੈਸ, ਢੀਂਗੜਾ ਸੈਸ, ਸ਼ਰਾਬ ਸੈਸ, ਐਜੂਕੇਸ਼ਨ ਸੈਸ, ਤੇ ਹੁੰਦੀ ਤਾਂ ਹੈ ਨਹੀਂ। ਕਰੋਨਾ ਰਾਸ ਆ ਗਿਆ। ਜਿੰਨੀ ਮਿਸਮੈਨੇਜਮੈਂਟ ਕੋਰੋਨਾ ਦੀ ਪੰਜਾਬ 'ਚ ਹੋਈ ਹੈ ਸ਼ਾਇਦ ਕਿਤੇ ਨਹੀਂ ਹੋ ਸਕਦੀ। ਵੇਖੋ ਕਮਾਲ ਹੋ ਗਈ ਯਾਰ, ਤੁਸੀਂ ਤਾਂ ਨਿਕਲਦੇ ਨਹੀਂ ਫਾਰਮ ਹਾਊਸ ਤੋਂ, ਦੋਵੇਂ ਟੀਕੇ ਤੁਸੀਂ ਲਵਾ ਲਏ, ਪਤਾ ਨਹੀਂ ਕਿੱਥੇ ਲੁਕਿਆ ਬੈਠਾ ਕਿਹੜੇ ਬੰਕਰ 'ਚ। ਤੁਸੀਂ ਤਾਂ ਨਿਕਲ ਕੇ ਲੋਕਾਂ ਦੀ ਮਦਦ ਕਰੋ। ਵੈਸੇ ਮੁੱਖ ਮੰਤਰੀ ਦੇ ਤਾਂ ਭਾਵੇਂ ਇੱਕ ਟੀਕਾ ਨਾ ਲੱਗਿਆ ਹੁੰਦਾ, ਉਦੋਂ ਤਾਂ ਕੰਮ ਸੀ ਲੋਕਾਂ ਕੋਲ ਪਹੁੰਚਣਾ। ਅੱਜ ਹਾਲਾਤ ਕੀ ਹੈ ਕਰੋਨਾ 'ਚ? ਵੈਕਸੀਨੇਸ਼ਨ ਡਰਾਈਵ ਫੇਲ ਹੋ ਰਹੀ ਹੈ, ਟੀਕੇ ਹੀ ਮੁੱਕ ਗਏ। ਨੈਸ਼ਨਲ ਐਵਰੇਜ ਡੈਥ ਰੇਟ ਦੀ 1.1% ਹੈ, ਪੰਜਾਬ ਦੀ 2.5% ਹੈ, ਮੋਰ ਦੈਨ ਡਬਲ। 13,000 ਤੋਂ ਵੱਧ ਮੌਤਾਂ ਹੋ ਗਈਆਂ ਨੇ। ਮਿਸ਼ਨ ਫਤਿਹ 2 ਚਲਾਇਆ ਤੇ ਹੈ, ਹੋਰ ਕੀ ਕਰੇ ਸਰਕਾਰ? ਉਹ ਫਤਿਹ ਕਰ ਹੀ ਦਿੱਤਾ ਕੰਮ। ਪੰਜਾਬ ਦਾ ਬੇੜਾ ਗਰਕ ਦੇ ਚ ਫਤਿਹ ਕਰਤਾ। ਜੋ ਲੋਕਾਂ ਨੇ ਇਹ ਜੇ ਫਤਿਹ ਕਰਨੇ ਕਿ ਮੁੜ ਕੇ ਨਹੀਂ ਲੱਭਦੇ। ਸਰਕਾਰ ਕਹਿੰਦੀ ਹੈ ਕਿ ਅਸੀਂ ਕਰੋਨਾ ਮੁਕਤ ਪੰਜਾਬ ਕਰਨਾ ਹੈ, ਕਿਸਾਨ ਕਹਿੰਦੇ ਆ ਕਿ ਸਰਕਾਰ ਨੇ ਕਰੋਨਾ 'ਚ ਬਣਦਾ ਕੰਮ ਨਹੀਂ ਕੀਤਾ, ਇਸ ਕਰਕੇ ਅਸੀਂ ਪਟਿਆਲੇ ਧਰਨਾ ਲਾਉਣਾ ਹੈ। ਅਕਾਲੀ ਦਲ ਨੇ ਉੱਥੇ ਸਪੋਰਟ ਨਹੀਂ ਕੀਤਾ, ਕੱਲ ਤਾਂ ਝੰਡਾ ਲਾਇਆ ਸੀ। ਇਹ ਇਹਨਾਂ ਦੇ ਇੱਕ ਵਜ਼ੀਰ ਸਾਹਿਬ ਕਹਿੰਦੇ ਕਿ ਜੀ ਇਹ ਜਿਹੜੇ ਧਰਨਾ ਦੇ ਰਹੇ ਕਿਸਾਨ, ਇਹਦੇ ਨਾਲ ਕਰੋਨਾ ਫੈਲ ਰਿਹਾ। ਇਹਨਾਂ ਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਅਸੀਂ ਤਾਂ ਕਰੋਨਾ ਨੂੰ ਮਾਤ ਦੇਤੀ ਹੈ, ਕੰਮ ਹੀ ਮੁਕਾਤਾ। ਫਿਰ ਦੇ ਲੈਣ ਦੇ ਉਹਨਾਂ ਨੂੰ ਧਰਨਾ, ਜੇ ਤੁਹਾਡੇ ਤਾਂ ਕਰੋਨਾ ਰਹਿ ਹੀ ਨਹੀਂ ਗਿਆ ਕੋਈ। ਅਕਾਲੀ ਦਲ ਸਮਰਥਨ ਕਰੂਗਾ ਧਰਨੇ ਤਾਂ? ਨਹੀਂ, 100% ਸਾਡਾ ਪੂਰਾ ਸਮਰਥਨ ਹੈ। ਸਾਡੇ ਤੇ ਇਲਜ਼ਾਮ ਲਾਉਂਦੇ ਆ ਕਿ ਜੀ ਪਹਿਲਾਂ ਇਹਨਾਂ ਨੇ ਮੋਦੀ ਸਾਹਿਬ ਦਾ ਬੜਾ ਸਾਥ ਦਿੱਤਾ, ਮਗਰ ਜਦੋਂ ਇਹ ਫੈਸਲੇ ਹੋਣ ਲੱਗੇ, ਤੋਮਰ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਹੈ ਦਿੱਲੀ 'ਚ, ਕੱਢ ਲਿਓ ਤਰੀਕ, ਕੱਢ ਲਿਓ ਸਭ ਕੁਝ। ਤੋਮਰ ਸਾਹਿਬ ਨੂੰ ਇਹ ਸਵਾਲ ਹੋਇਆ ਕਿ ਅੱਜ ਜਦ ਜੂਨ ਦੇ 3 ਜੂਨ ਨੂੰ ਜਦ ਇਹ ਲਿਆਉਣ ਲੱਗੇ ਕਾਲੇ ਕਾਨੂੰਨ, ਇਹਨਾਂ ਨੇ ਕਿਹਾ कि हरसिमरत कौर बादल ने इसमें विरोध करा। तो आप एग्रीकल्चर मिनिस्टर ऑन रिकॉर्ड एडमिटिंग कि हाँ उन्होंने विरोध करा और हमने उनको समझाया और ये बोला कि हम सबकी जो इसमें आशंकाएं हैं, जो इसमें मिसगिविंग्स हैं या जो लोगों को लगता है हम इसको सेटल कर देंगे। जब आप तुसी कोलिशन च हो तो ਤੁਹਾਨੂੰ ਤਾਂ ਭਰੋਸਾ ਕਰਨਾ ਪੈਣਾ। ਜੇ ਤੁਹਾਡਾ ਰੂਲਿੰਗ ਕੋalition ਪਾਰਟਨਰ ਇਹ, ਕਿਉਂਕਿ ਉਹ ਵੀ ਇਲੈਕਟਡ ਲੋਕ ਨੇ, ਉਹ ਵੀ ਲੋਕਾਂ ਦੀ ਭਾਵਨਾ ਸਮਝਦੇ। ਇਹ ਤਾਂ ਹੈ ਨਹੀਂ ਕਿ ਉਹਨਾਂ ਨੂੰ ਨਹੀਂ ਸਮਝਿਆ। ਸਾਨੂੰ ਵੀ ਇਹ ਹੋ ਗਿਆ ਕਿ ਜੇ ਕਹਿ ਰਹੇ ਆ ਇਹ ਸੌਟ ਆਊਟ ਕਰ ਦੇਣਗੇ। ਔਰ ਇਹ ਗੱਲ ਕਹੀ ਗਈ ਕਿ ਅੱਜ ਤਾਂ ਸਿਰਫ ਕੈਬਨਿਟ ਡਿਸੀਜਨ ਹੋਇਆ ਹੈ, ਇਹ ਆਉਣ ਪਾਰਲੀਮੈਂਟ 'ਚ ਬਿੱਲ ਪਾਸ ਹੋਣਾ ਹੈ। ਪਾਰਲੀਮੈਂਟ 'ਚ ਬਿੱਲ ਪਾਸ ਹੋਣ ਤੋਂ ਪਹਿਲਾਂ ਜੋ ਕੁਝ ਵੀ ਇਹਦੇ 'ਚ ਸੋਧ ਕਰਨ ਦੀ ਲੋੜ ਹੈ, ਸਾਰੇ ਸੋਧਾਂ ਹੋ ਜਾਣਗੇ। ਉਹਦਾ ਫਿਰ ਤੁਹਾਨੂੰ ਕੀ ਕਰੋਗੇ ਜੇ ਤੁਸੀਂ ਕੋalition ਪਾਰਟਨਰ ਨੂੰ ਭਰੋਸਾ ਹੀ ਕਰੋਗੇ? ਜ਼ਬਾਨ ਹੀ ਹੈ। ਭਰੋਸਾ ਕਰਕੇ ਗਲਤੀ ਹੋ ਗਈ ਤੁਹਾਡੇ? ਨਹੀਂ, ਬਿਲਕੁਲ ਕੋਈ ਗਲਤੀ ਨਹੀਂ ਹੋਈ। ਹਾਂ, ਇਸਤੀਫਾ ਪਹਿਲਾਂ ਵੀ ਦੇ ਸਕਦੇ ਸੀ। ਨਹੀਂ, ਇਸ ਤਰ੍ਹਾਂ ਹੈ ਯਾਰ, ਦੇਖੋ ਇੱਕ ਮੀਆਂ ਬੀਵੀ ਹੈ ਤੁਸੀਂ ਦੋ, ਜੇ ਆਪਸ 'ਚ ਇਫ ਯੂ ਆਰ ਟੂਗੇਦਰ ਇਨ ਅ ਰਿਲੇਸ਼ਨਸ਼ਿਪ ਤੇ ਤੁਹਾਨੂੰ ਕੋਈ ਪਾਰਟਨਰ ਤੁਹਾਡਾ ਕਵੇ ਕਿ ਠੀਕ ਹੈ ਜੀ ਜੇ ਗੱਲ ਕਮੀ ਪੇਸ਼ੀ ਆ ਅਸੀਂ ਠੀਕ ਕਰ ਦਿਆਂਗੇ, ਵਿਸ਼ਵਾਸ ਤਾਂ ਕਰਨਾ ਹੀ ਪੈਂਦਾ। ਦੁਨੀਆ ਵਿਸ਼ਵਾਸ ਤੇ ਟਿਕੀ ਹੈ। ਅਸੀਂ ਵੀ ਵਿਸ਼ਵਾਸ ਕਰਕੇ ਕਿ ਦੇਖੋ ਅੱਜ ਤੱਕ ਵਾਜਪਾਈ ਸਾਹਿਬ ਨਾਲ ਸਾਡਾ ਰਿਲੇਸ਼ਨਸ਼ਿਪ ਏਡਾ ਰਿਹਾ, ਭਾਜਪਾ ਨਾਲ ਏਡਾ ਰਿਲੇਸ਼ਨਸ਼ਿਪ ਰਿਹਾ, ਜੋ ਇਹ ਗੱਲ ਕਹਿ ਰਹੇ ਉਸ ਤੇ ਪਾਬੰਦ ਰਹਿਣਗੇ। ਤੁਹਾਨੂੰ ਲੱਗਦਾ ਵਿਸ਼ਵਾਸ ਕਰਕੇ ਥੋੜੀ ਦੇਰੀ ਹੋਈ? 100% ਵਿਸ਼ਵਾਸਘਾਤ ਹੋਇਆ। ਦੇਖੋ ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਜੇ ਪੂਰਾ ਉਤਰ ਜਾਂਦੇ ਤੇ ਵਿਸ਼ਵਾਸ ਕਾਇਮ ਰਹਿ ਜਾਣਾ। ਬੀਜੇਪੀ ਪੂਰਾ ਨਹੀਂ ਉਤਰੀ? ਨਹੀਂ ਉਤਰੀ ਜੀ। ਸਾਨੂੰ ਇਹ ਕਿਹਾ ਗਿਆ ਕਿ ਬਿਫੋਰ ਦਾ ਬਿੱਲ ਕਮਸ, ਕਿਉਂਕਿ ਇਹ ਤਾਂ ਕੱਲਾ ਇੱਕ ਕੈਬਨਿਟ ਦਾ ਫੈਸਲਾ ਸੀ, 6 ਮਹੀਨੇ ਉਹਦੀ ਮਿਆਦ ਸੀ। ਜੇ ਪਾਰਲੀਮੈਂਟ 'ਚ ਇਹ ਨਹੀਂ ਆਉਂਦੇ ਤੇ ਵੈਸੇ ਹੀ ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਣਾ ਸੀਗਾ। ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਕਿਉਂ ਫਿਕਰ ਕਰਦੇ ਹੋ, ਅਸੀਂ ਸਭ ਨੂੰ ਨਾਲ ਲਵਾਂਗੇ। ਅਸੀਂ ਵੀ ਕਿਸਾਨਾਂ ਦੇ, ਸਾਨੂੰ ਵੀ ਚੁਣ ਕੇ ਭੇਜਿਆ। ਯੂਪੀ 'ਚੋਂ ਆਫਟਰ ਆਲ ਉਹਨਾਂ ਦੀ 72 ਸੀਟਾਂ ਆਈਆਂ, ਉੱਥੇ ਕਿਹੜਾ ਕਿਸਾਨ ਨਹੀਂ ਹੈ? ਜਾਂ ਹੋਰ ਹਰਿਆਣੇ 'ਚੋਂ 10 MP ਬਣੇ, ਉੱਥੇ ਕਿਹੜਾ ਕਿਸਾਨ ਨਹੀਂ ਹੈ? ਸਾਨੂੰ ਇਹ ਵਿਸ਼ਵਾਸ ਸੀ ਕਿ ਜਿਹੜੇ ਇੰਨੀ ਵੱਡੀ ਬਹੁਮਤ ਜਿਸ ਪਾਰਟੀ ਦੀ ਆਈ ਹੈ ਉਹ ਸਭ ਨੂੰ ਪੁੱਛਣਗੇ। ਇਹ ਠੀਕ ਹੈ, ਇਹਨਾਂ ਦੀ ਗੱਲ ਇਸ ਤੇ ਭਰੋਸਾ ਕਰਨਾ ਚਾਹੀਦਾ ਔਰ ਇਹ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਜਾਊਗਾ, ਕੋਈ ਇਹੋ ਜਿਹੀ ਗੱਲ ਰਹਿ ਨਹੀਂ ਜਾਊਗੀ। ਮਗਰ ਉਹ ਨਹੀਂ ਹੋਇਆ। ਬਾਦਲ ਸਾਹਿਬ ਨੇ ਕਿਆ ਓਵਰ ਕੌਨਫੀਡੈਂਸ ਜੋ ਚਿੱਠੀਆਂ ਲਿਖਤੀਆਂ ਸੀ ਵੀ ਇਹ ਬਿੱਲ ਜਿਹੜੇ ਹੈ ਕਿਸਾਨਾਂ ਦੀ ਫੇਵਰ? ਵਿਸ਼ਵਾਸ 'ਚ ਦੇਖੋ, ਜਦੋਂ ਤੁਹਾਨੂੰ ਕੋਈ ਪ੍ਰਧਾਨ ਮੰਤਰੀ ਕੋਈ ਗੱਲ ਕਵੇ ਜਾਂ ਦੇਸ਼ ਦੀ ਡਿਸੀਜਨ ਮੇਕਿੰਗ ਬਾਡੀ ਤੁਹਾਨੂੰ ਕੋਈ ਗੱਲ ਕਵੇ, ਦੇਸ਼ ਦੇ ਲੋਕ ਉਸ ਤੇ ਵਿਸ਼ਵਾਸ ਕਰਦੇ ਆ। ਜਦੋਂ ਧੋਖਾ ਹੋਵੇ, ਵਿਸ਼ਵਾਸਘਾਤ ਹੋਵੇ, ਫਿਰ ਸਮਝ ਆਉਂਦੀ ਹੈ ਕਿ ਅਸੀਂ ਇਹ ਸਾਨੂੰ ਮਤਲਬ ਇਹਨਾਂ ਨੇ ਫਸਾਤਾ। ਔਰ ਉਹੀ ਗੱਲ ਹੋਈ। ਫਸਿਆ ਹੋਇਆ ਮਹਿਸੂਸ ਕਰ ਰਹੇ ਸੀ ਤੁਸੀਂ ਬੀਜੇਪੀ ਦੇ ਨਾਲ ਜਦੋਂ ਇਹ ਕਾਨੂੰਨ ਆ ਗਏ? ਫਸਿਆ ਹੋਇਆ ਤਾਂ ਉਸ ਦਿਨ ਮਹਿਸੂਸ ਕੀਤਾ ਜਿਸ ਦਿਨ ਕਾਨੂੰਨ ਆ ਗਏ, ਪਾਰਲੀਮੈਂਟ 'ਚ ਜਦ ਰੱਖੇ ਗਏ, ਉਸ ਦਿਨ ਵੀ ਸਾਡੀ ਗੱਲ ਹੋਈ ਕਿ ਇਹਨੂੰ ਸਿਲੈਕਟ ਕਮੇਟੀ ਨੂੰ ਰੈਫਰ ਕਰ ਦਿਓ। ਲੈਟ ਦ ਸਿਲੈਕਟ ਕਮੇਟੀ, ਜਿਸ 'ਚ ਹਰ ਪਾਰਟੀ ਦੇ ਨੁਮਾਇੰਦੇ 'ਚ ਫੈਸਲਾ। ਜਦੋਂ ਉਹਨਾਂ ਨੇ ਨਹੀਂ ਸੁਣੀ, ਦੇਖੋ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜੀ।
ਅੱਜ ਕੱਲ ਤਾਂ ਕੋਈ ਸਰਪੰਚ ਹੀ ਨਹੀਂ ਛੱਡਦਾ, ਮੈਂਬਰ ਪੰਚਾਇਤੀ ਨਹੀਂ ਛੱਡਦਾ। ਇਹ ਨਵਜੋਤ ਸਿੱਧੂ ਦਾ ਡਾਇਲੌਗ ਮਾਰਨ ਲੱਗ ਗਏ ਤੁਸੀਂ। ਹੁਣ ਸਾਰੇ ਡਾਇਲੌਗ ਉਹਦੇ ਥੋੜੀ, ਉਹ ਤਾਂ ਜਮਾ ਹੀ ਉਹਨੇ ਤਾਂ ਹਰ ਚੀਜ਼ ਨੂੰ ਫੋਟੋਸਟੇਟ ਕਾਪੀ ਕੱਢੀ ਹੈ ਸਭ ਦੀ। ਭੈਣ ਜੀ ਨੇ ਅਸਤੀਫਾ ਦਿੱਤਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਠੋਕ ਕੇ ਉਹਦਾ ਵਿਰੋਧ ਕੀਤਾ ਰਾਜ ਸਭਾ 'ਚ, ਲੋਕ ਸਭਾ 'ਚ, ਰਾਜ ਸਭਾ 'ਚ ਭੂੰਦੜ ਸਾਹਿਬ ਤੇ ਗੁਜਰਾਲ ਸਾਹਿਬ ਨੇ ਕੀਤਾ। ਮੈਨੂੰ ਗੱਲ ਦੱਸੋ, ਇਹ ਕਾਂਗਰਸ ਦੇ 44 ਐਮਪੀ ਸੀ, ਬਾਹਰ ਕਿਉਂ ਭੱਜ ਗਏ? ਜਦੋਂ ਤੁਸੀਂ ਟੈਕਟੀਕਲ ਅੰਡਰਸਟੈਂਡਿੰਗ ਹੁੰਦੀ ਹੈ, ਜੇ ਬਾਹਰ ਭੱਜ ਗਏ, ਫਿਰ ਰਾਜ ਸਭਾ 'ਚ ਯੂਪੀਏ ਦੀ ਗਿਣਤੀ ਐਨਡੀਏ ਨਾਲੋਂ ਵੱਧ ਸੀ। ਉੱਥੇ ਤੁਸੀਂ ਕਦੇ ਕੱਢਿਆ ਪੰਜਾਬ ਦੇ ਕਿੰਨੇ ਐਮਪੀ ਗੈਰ ਹਾਜ਼ਰ ਸੀ? ਉੱਥੇ ਕਿੱਥੇ ਸੀ ਉਹ? ਕਈ ਐਮਪੀ ਰਾਜ ਸਭਾ 'ਚ ਕਾਂਗਰਸ ਦੇ ਗੈਰ ਹਾਜ਼ਰ ਸੀ, ਕਿਉਂਕਿ ਅੰਡਰਸਟੈਂਡਿੰਗ ਸੀ, ਕਿਉਂਕਿ ਪਹਿਲਾਂ ਵੀ ਕਾਂਗਰਸ ਵੀ ਇਹੀ ਕਹਿੰਦੀ ਸੀ, ਉਹਨਾਂ ਦੇ ਮੈਨੀਫੈਸਟੋ 'ਚ ਵੀ ਇਹੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਹੀ ਕਾਲੇ ਕਾਨੂੰਨ ਇੱਥੇ ਲਾਗੂ ਕੀਤੇ ਹੋਏ। ਔਰ ਵੱਡੀ ਗੱਲ, ਲੋਕਾਂ ਦਾ ਮੂਰਖ ਕਿਵੇਂ ਬਣਾਇਆ, ਜਿਹੜੀ ਜਿੱਦੇ ਨੇ ਕਹਿੰਦਾ ਸੀ ਹਨੇਰੀ ਰਾਤ 'ਚ ਚਮਕਦਾ ਤਾਰਾ। ਕਿਸਾਨ ਕੀ ਮੰਗਦਾ ਹੈ? ਰਿਪੀਲ, ਖਾਰਿਜ ਹੋਣ, ਖਤਮ ਹੋਣ। ਇਹਨਾਂ ਨੇ ਤਾਂ ਆਪ ਉਹਦੇ 'ਚ ਸੰਸ਼ੋਧਨ ਕਰਤੇ ਸੀ। ਸੰਸ਼ੋਧਨ ਤਾਂ ਉਹ ਮੰਗਦਾ ਹੀ ਨਹੀਂ, ਉਹ ਕਹਿੰਦਾ ਕਿ ਇਹਨੂੰ ਵਾਪਸ ਕਰੋ। ਰਾਜ ਭਵਨ ਨਾਲ ਗਏ ਨਾ ਉਹਨਾਂ ਦੇ। ਮੈਂ ਬਿਲਕੁਲ ਉਹਦੇ 'ਚ ਵਿਰੋਧ ਕੀਤਾ ਜੀ। ਕੈਪਟਨ ਸਾਨੂੰ ਬਾਰ-ਬਾਰ ਸਾਦਾ ਸੀ, ਅਸੀਂ ਤਾਂ ਫਸ ਗਏ ਉਦਣ ਵੀ। ਕੀ ਹੋਇਆ ਉਦਣ? ਦੇਖੋ, ਬਹੁ ਗਿਣਤੀ ਕਾਂਗਰਸ ਦੀ ਆ, ਮੇਰਾ ਔਨ ਰਿਕਾਰਡ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ, ਮੈਂ ਕਿਹਾ ਪਹਿਲੀ ਗੱਲ, ਤੁਸੀਂ ਅੱਜ ਜੋ ਇਹ ਲੈ ਕੇ ਆਏ ਹੋ, ਤੁਹਾਨੂੰ ਸਾਰੇ ਕਿਸਾਨ ਯੂਨੀਅਨ ਤੇ ਕਿਸਾਨਾਂ ਨਾਲ ਇਹ ਮੈਟਰ ਡਿਸਕਸ ਕਰਨਾ ਚਾਹੀਦਾ ਸੀ। ਉਹਨਾਂ ਦੀ ਜੋ ਉਹ ਸੁਜੈਸ਼ਨ ਦਿੰਦੇ, ਉਹ ਸੁਜੈਸ਼ਨ ਇਨਕੋਰਪੋਰੇਟ ਕਰਦੇ ਔਰ ਅਗਲੇ ਦਿਨ ਨੂੰ ਪਾਸ ਕਰਾਉਂਦੇ। ਉਸ ਦਿਨ ਵੀ ਮੈਂ ਕਿਹਾ ਅੱਜ ਨਾ ਕੁਝ ਕਰੋ, ਅੱਜ ਇਹਨੂੰ ਪਬਲਿਕ ਡੋਮੇਨ 'ਚ ਛੱਡੋ, ਲੋਕਾਂ ਦੇ ਵਿਊ ਆ ਲੈਣ ਦਿਓ। ਬਟ ਹੀ ਵਾਸ ਇਨ ਹਰੀ। ਔਰ ਅਸੀਂ ਜੇ ਉਹਦੇ ਵਿਰੋਧ 'ਚ ਖੜਦੇ ਤੇ ਫਿਰ ਉਹ ਭਾਜਪਾ ਵਾਲੇ ਦੋ ਖੜੇ ਸੀ, ਉਹਨਾਂ ਨਾਲ ਕੀ ਹੋਈ? ਮਤਲਬ ਫਿਰ ਸਾਡੇ ਕੋਲ ਤਾਂ ਇਹ ਸੀ ਕਿ ਚਲੋ ਬੈਸਟ, ਇਹਨੇ ਗੱਲ ਟੋਟਲ ਰਿਪੀਲ ਨਹੀਂ ਮੰਨੀ, ਇਹਨੇ ਆਪ ਦੀ ਉਹਦੇ 'ਚ ਕਾਲੀ ਕਹਾਣੀ ਪਾਤੀ। ਹੁਣ ਸਾਨੂੰ ਉਹ ਕਹਾਣੀ ਤੇ ਸਹਿਮਤ ਹੋਣਾ ਪਿਆ। ਤੇ ਤੁਹਾਨੂੰ ਕੀ ਲੱਗਦਾ ਕਿ ਦਿਲੋਂ ਕੈਪਟਨ ਸਾਹਿਬ ਵੀ ਕਿਸਾਨਾਂ ਦੀ ਗੱਲ ਨਹੀਂ ਕਰ ਰਹੇ ਫਿਰ, ਜਾਂ ਨਹੀਂ ਕਰਨਾ ਚਾਹੁੰਦੇ? ਦਿਲੋਂ ਤਾਂ ਯਾਰ ਸਾਰਿਆਂ ਨੂੰ ਪਤਾ ਹੈ, ਜੇ ਕਾਂਗਰਸ ਜੇ ਮੈਨੀਫੈਸਟੋ ਤਿਆਰ ਕਰਦੀ ਆ 19 ਦਾ, ਉਹਦੇ 'ਚ ਇਹੀ ਕੁਝ ਲਿਖਿਆ ਕਿ ਅਸੀਂ ਪ੍ਰਾਈਵੇਟ ਮੰਡੀ ਬਣਾਵਾਂਗੇ, ਅਸੀਂ ਇਹ ਵਨ ਨੇਸ਼ਨ ਵਨ ਮੰਡੀ ਬਣਾਵਾਂਗੇ, ਅਸੀਂ ਪ੍ਰਾਈਵੇਟ ਅਦਾਰਿਆਂ ਨੂੰ ਖਰੀਦਣ ਦਾ ਉਹੀ ਹੱਕ ਦੇਵਾਂਗੇ। ਔਰ ਉਹੀ ਚੀਜ਼ ਪੰਜਾਬ 'ਚ ਲਾਗੂ ਹੋਈ ਹੈ। ਸੋ ਜੋ ਰਾਹੁਲ ਗਾਂਧੀ ਕਹਿੰਦਾ ਸੀ, ਉਹ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੈਨੀਫੈਸਟੋ 'ਚ ਪਾਇਆ, ਉਹ ਲਾਗੂ ਕਰਤਾ। ਔਰ ਤਦੇ ਕਹਿੰਦਾ ਮੈਂ 100% ਵਾਅਦੇ ਪੂਰੇ ਕਰਤੇ। ਇਹ ਉਹਨਾਂ ਵਾਅਦਿਆਂ 'ਚੋਂ ਇੱਕ ਵਾਅਦਾ। ਕਹਿੰਦੇ ਅਸੀਂ ਵੀਆਈਪੀ ਕਲਚਰ ਹਟਾਤਾ, ਲਾਲ ਬੱਤੀ ਹਟਾਤੀ, ਕਲਚਰ ਹਟ ਗਿਆ। ਕਿਹੜਾ ਇਹਨਾਂ ਦਾ ਵਿਧਾਇਕ ਹੈ ਜਿਹੜਾ 100 ਗਨਮੈਨ ਨਹੀਂ ਨਾਲ ਲਈ ਫਿਰਦਾ ਜੀ? 25 ਸਾਲ ਤੋਂ ਬੀਜੇਪੀ ਤੇ ਅਕਾਲੀ ਦਲ ਇਕੱਠੇ ਲੜ ਰਹੇ ਹਨ ਪੰਜਾਬ 'ਚ, ਇਸ ਵਾਰੀ ਵੱਖਰੇ ਵੱਖਰੇ। ਅਕਾਲੀ ਦਲ ਲਈ ਪੇਂਡੂ ਵੋਟ ਲੈਣਾ ਆਸਾਨ ਹੈ, ਲੇਕਿਨ ਸ਼ਹਿਰੀ ਵੋਟ ਲੈਣਾ ਬੜਾ ਔਖਾ ਹੈ। ਉਹਦੇ ਲਈ ਕੀ ਮੈਕੈਨਿਜ਼ਮ ਹੈ ਇਸ ਵਾਰ? ਅੱਗੇ ਸ਼੍ਰੋਮਣੀ ਅਕਾਲੀ ਦਲ ਨੇ ਕਿਸ ਤਰ੍ਹਾਂ ਇਲੈਕਸ਼ਨ ਲੜਨੀ ਹੈ, ਉਹ ਸਮੇਂ ਆਉਣ ਤੇ ਕਲੀਅਰ ਹੋ ਜਾਊਗਾ। ਬੀਜੇਪੀ 117 ਸੀਟਾਂ ਤੇ ਲੜ ਰਹੀ ਹੈ। ਲਾਈਕ ਮਾਈਂਡਡ ਪਾਰਟੀਆਂ ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੇ ਜੋ ਬੇੜਾ ਗਰਕ ਕਾਂਗਰਸ ਨੇ ਹੁਣ 4.5 ਸਾਲਾਂ 'ਚ ਕੀਤਾ, ਉਸ ਨੂੰ ਠੀਕ ਕਰਨ ਵਾਸਤੇ ਅਸੀਂ ਸਾਰੇ ਲਾਈਕ ਮਾਈਂਡਡ ਪਾਰਟੀਆਂ ਇਕੱਠੀਆਂ ਹੋਣਗੀਆਂ। ਕਾਂਗਰਸ ਦੀ A ਟੀਮ B ਟੀਮ ਨੂੰ ਵੱਡੇ ਤਰੀਕੇ ਨਾਲ ਲੋਕਾਂ ਦੀ ਮਦਦ ਨਾਲ ਮਾਤ ਦੇਵਾਂਗੇ। ਬੀਐਸਪੀ ਦੁਆਬਾ 'ਚ ਆਪਸ਼ਨ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਲਈ? ਦੇਖੋ, ਕਿਹੜੀ ਆਪਸ਼ਨ ਹੈ ਕਿਹੜੀ ਨਹੀਂ, ਇਹ ਤਾਂ ਪ੍ਰਧਾਨ ਸਾਹਿਬ ਜਾਂ ਸਾਡੀ ਕੋਰ ਕਮੇਟੀ ਫੈਸਲਾ ਕਰੂਗੀ। ਮੇਰਾ ਤਾਂ ਇਕੱਲੇ ਦਾ ਫੈਸਲਾ ਹੈ ਨਹੀਂ ਜੀ ਇਹਦੇ 'ਚ। ਕੈਪਟਨ ਸਰਕਾਰ ਦੇ 4.5 ਸਾਲ ਦੇ ਕੰਮਕਾਰ ਨੂੰ 10 ਚੋਂ ਕਿੰਨੇ ਨੰਬਰ ਦੋਗੇ? ਇਮਾਨਦਾਰੀ ਨਾਲ ਦਿਓ। ਜੇ 0 ਵੀ ਦਊਂਗਾ ਤਾਂ ਵੀ ਸਮਝੂਗਾ ਜ਼ਿਆਦਾ ਦੇ ਦਿੱਤੇ। ਉਹ ਤਾਂ ਫਿਰ ਵਿਰੋਧੀ ਧਿਰ ਦੇ ਨੰਬਰ ਹੋ ਗਏ ਨਾ। ਨਹੀਂ, ਤੁਸੀਂ ਦੱਸੋ ਨੰਬਰ ਦਵਾਂ ਕਾਦੇ? ਕਾਂਗਰਸੀਆਂ ਨੂੰ ਇਹ ਇੰਟਰਵਿਊ ਸੁਣ ਕੇ ਬੜਾ ਅਫਸੋਸ ਹੋਣਾ ਹੈ। ਕਿਵੇਂ ਜੀ? ਉਹਨਾਂ ਨੂੰ ਤਾਂ ਲੱਗਦਾ ਸੀ ਤੁਸੀਂ ਜ਼ਿਆਦਾ ਨੰਬਰ ਦੋਗੇ, ਕਿਉਂਕਿ ਕਾਂਗਰਸ ਦੀ ਲੜਾਈ ਦੀ ਵਜ੍ਹਾ ਹੀ ਇਹ ਹੈ। ਉਹਨਾਂ ਨੇ 4.5 ਸਾਲਾਂ ਜਿਹੜੇ ਅੱਜ ਰੌਲਾ ਪਾਉਂਦੇ ਆ, ਚਾਹੇ ਉਹ ਮੀ ਟੂ ਹੈ, ਚਾਹੇ ਉਹ ਹੋਰ ਹੈ, ਚਾਹੇ ਉਹ ਮੀ ਟੂ ਮਤਲਬ ਮੀ ਟੂ ਤੁਹਾਨੂੰ ਪਤਾ ਹੀ ਹੈ। ਤੁਹਾਨੂੰ ਕਿਹੜਾ ਨਹੀਂ ਪਤਾ? ਜਿਹਨੂੰ ਬਚਾ ਲਿਆ ਸੀ ਉਹਨੂੰ ਹੁਣ ਉਹ ਬੀਬੀ ਕਹਿੰਦੀ ਮੈਂ ਜਾ ਕੇ ਆਹ ਜਿਹੜੀ ਚੇਅਰਪਰਸਨ ਹੈ ਮੈਂ ਧਰਨਾ ਦੇਣਾ, ਉਹ ਗਈ ਨਹੀਂ। ਧਰਨਾ ਤੇ ਰੁਕਵਾਤਾ ਕੈਪਟਨ ਸਾਹਿਬ ਨੇ। ਇੱਕ ਨਾ ਆਪਾਂ ਫੰਡਾਮੈਂਟਲ 'ਚ ਕਲੀਅਰ ਹੋਵੇ, ਇਸ ਗੱਲ ਦਾ ਬੜਾ ਰੌਲਾ ਪਿਆ ਸੀ। ਕੋਈ ਵੀ ਸੈਲਫ ਰਿਸਪੈਕਟਿੰਗ ਪਰਸਨ, ਮੈਂ ਲੇਡੀ ਦੀ ਗੱਲ ਨਹੀਂ ਕਰ ਰਿਹਾ, ਮੈਂ ਪਰਸਨ ਦੀ ਗੱਲ ਕਰ ਰਿਹਾ, ਸਪੈਸ਼ਲੀ ਲੇਡੀ, ਇਹ ਜਿਹਾ ਇਲਜ਼ਾਮ ਕਿਸੇ ਤੇ ਨਹੀਂ ਲਾਊਗੀ। ਇੱਕ ਸੀਨੀਅਰ IAS ਅਫਸਰ ਅਧਿਕਾਰੀ ਨਾਲ ਜਿਹਦੇ ਨਾਲ ਮਾੜਾ ਦੁਰਵਿਵਹਾਰ ਹੋਇਆ ਹੋਵੇ, ਗਲਤ ਤਰੀਕੇ ਦੀ ਇੱਕ ਵਜ਼ੀਰ ਨੇ ਆਪਦੀ ਧੌਂਸ ਜਮਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਮੈਂ ਸਲਾਮ ਕਰਦਾ ਉਹਨੂੰ ਕਿ ਉਹਨੇ ਫੇਰ ਵੀ ਹਿੰਮਤ ਵਿਖਾਈ ਐਂਡ ਸ਼ੀ ਵੈਂਟ ਔਨ ਰਿਕਾਰਡ ਟੂ ਕੰਪਲੇਨ। ਉਸ ਵੇਲੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਪੋਲਿਟਿਕਸ ਸੂਟ ਕਰਦੀ ਸੀ ਤੇ ਉਸ ਵੇਲੇ ਮੈਟਰ ਨੂੰ ਰਫਾ ਦਫਾ ਕਰਤਾ, ਮਗਰ ਇਹ ਤਾਂ ਮੈਟਰ ਆਫ ਫੈਕਟ ਹੈ। ਕੈਪਟਨ ਸਾਹਿਬ, ਤੁਹਾਡਾ ਇਲਜ਼ਾਮ ਹੈ ਕਿ ਮਸਲੇ ਦਬਾਉਂਦੇ, ਇਸ 'ਚ ਕੋਈ ਸ਼ੱਕ ਹੈ? ਤੇ ਤੁਸੀਂ ਚੱਕ ਦੇਣਾ ਸੀ ਉਦੋਂ। ਨਹੀਂ ਤੇ ਅਸੀਂ ਚੱਕਿਆ ਨਹੀਂ। ਤੁਸੀਂ ਸਮਝੋ ਜਿੰਨਾ ਅਸੀਂ ਮੀ ਟੂ ਦੇ ਖਿਲਾਫ ਰੌਲਾ ਪਾਇਆ ਤੇ ਪਾਇਆ ਨਹੀਂ। ਹੁਣ ਜੇ ਸਾਰੀ ਸਰਕਾਰ
ਤੁਹਾਡਾ ਰੌਲਾ ਕੈਪਟਨ ਸਾਹਿਬ ਸੁਣਦੇ ਨਹੀਂ, ਲੇਕਿਨ ਕਾਂਗਰਸ 'ਚ ਰੌਲਾ ਇਹ ਹੈ ਕਿ ਉਹ ਸੁਣਦੇ ਤੁਹਾਡੀ ਹੈ। ਅਜੀਬ ਸਥਿਤੀ ਹੈ। ਸਾਡਾ ਰੌਲਾ ਤਾਂ ਤੁਸੀਂ ਵੀ ਘੱਟ ਸੁਣਦੇ ਹੋ। ਜੇ ਤੁਸੀਂ ਚੱਕ ਦਿੰਦੇ ਤੇ ਤਾਂ ਵੀ ਮੀਟੂ ਨੂੰ ਤਾਂ ਪੜਨੇ ਪਾ ਦੇਣਾ ਸੀਗਾ, ਉਹ ਸਤਿਕਾਰਯੋਗ ਭੈਣ ਨੂੰ ਇਨਸਾਫ ਮਿਲ ਜਾਣਾ ਸੀ। ਦੇਖੋ ਕੈਪਟਨ ਸਾਹਿਬ ਦੀ ਇੱਕ ਸਿਆਸਤ ਤੇ ਮੰਨਣੀ ਪਏਗੀ। ਉਹ ਹਰ ਮਸਲੇ ਨੂੰ ਜਦੋਂ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਹੈ ਤਾਂ ਦੱਬ ਲੈਂਦੇ ਆ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਮਸਲਾ ਇਹ ਬੰਦਾ ਮੇਰੇ ਖਿਲਾਫ ਕਰ ਰਿਹਾ ਤਾਂ ਉਹਨੂੰ ਚੱਕ ਦਿੰਦੇ। ਇਸ ਚੀਜ਼ ਦੇ ਮਾਸਟਰ ਤੇ ਹੈਗੇ ਨਾ। ਨਹੀਂ, ਕਾਕ ਸਿਆਸਤਦਾਨ ਨੇ ਜੀ, ਜਿਹਨੇ ਇੰਨਾ ਲੰਮਾ ਸਮਾਂ ਪੋਲਿਟਿਕਸ ਵੇਖ ਲਈ ਹੈ, ਜਿਹੜੇ ਹਾਸ਼ੇ ਤੋਂ ਆ ਕੇ ਫੇਰ ਮੁੱਖ ਮੰਤਰੀ ਬਣ ਗਏ ਆ, ਉਹਨੂੰ ਆਪਾਂ ਕਹੀਏ ਕਿ ਉਹਨੂੰ ਸਮਝ ਨਹੀਂ, ਤੇ ਸਮਝ ਤਾਂ ਹੈਗੀ ਜੀ। ਕੌਣ ਕਿੰਨੇ ਬੰਦੇ ਮੁੱਖ ਮੰਤਰੀ ਬਣ ਗਏ। ਵਿਜੀਲੈਂਸ ਨੂੰ ਜਿਹੜਾ ਇਸਤੇਮਾਲ ਕਰ ਰਿਹਾ, ਰੌਲਾ ਪੈ ਰਿਹਾ ਹੈ, ਇਹ ਸਹੀ ਹੈ? ਕੁਝ ਸਹੀ ਵੀ ਆ। ਇਹ ਜਿਹੜੇ ਰੌਲੇ ਪੈ ਰਹੇ ਆ, ਪਹਿਲਾਂ ਇਹ ਉਦੋਂ ਵੀ ਚਰਚਾ ਸੀ ਇਹਦੀ। ਤੇ ਕਿਆ ਚੀਫ ਮਿਨਿਸਟਰ ਨੂੰ ਪਹਿਲੇ ਚਰਚਾ ਪਤਾ ਨਹੀਂ ਸੀਗੀਆਂ? ਫਿਰ ਕਿਉਂ ਸਿੱਧੂ ਨੂੰ ਮੰਤਰੀ ਬਣਾਉਣ ਲੱਗੇ ਸੀ? ਉਦੋਂ ਪਿਆਰ ਸੀ, ਪਿਓ ਪੁੱਤ ਸੀ। ਨਹੀਂ, ਮੰਤਰੀ ਇੱਕ ਵਾਰੀ ਤੇ ਹਟਾਤਾ, ਉਸ ਤੋਂ ਬਾਅਦ ਵੀ ਤਾਂ 2 ਸਾਲ ਹੋ ਗਏ। ਸਾਹਿਬ ਗੁੱਸਾ ਨਾ ਕਰਿਓ, ਤੁਹਾਡੇ ਵੀ ਨਿਆਣੇ ਆ, ਮੇਰੇ ਵੀ ਨਿਆਣੇ। ਜੇ ਤਾਂ ਨਿਆਣੇ ਨਾਲ ਬਣਦੀ ਹੋਵੇ ਨਾ ਤੇ ਉਹਦੇ ਸਾਰੇ ਕੰਮ ਤੇ ਬੰਦਾ ਪੜਦਾ ਪਾਈ ਜਾਂਦਾ। ਜਿਸ ਦਿਨ ਨਿਆਣੇ ਨਾਲ ਵਿਗੜ ਜਾਵੇ ਨਾ, ਨਿਆਣਾ ਜਾ ਕੇ ਜਦ ਕਹਿੰਦਾ ਮੇਰਾ ਪਿਓ ਬਹੁਤ ਮਾੜਾ, ਤੇ ਪਿਓ ਦੱਸਦਾ ਮੈਂ ਨਹੀਂ ਮਾੜਾ, ਇਹਦੀ ਹਰਕਤਾਂ ਇਹੋ ਜਿਹੀਆਂ ਸੀ। ਇਹ ਰੌਲਾ ਤਾਂ ਇੰਨਾ ਕੀ। ਲੇਕਿਨ ਪੋਲੀਟੀਸ਼ੀਅਨ ਜਿਹੜੇ ਆ ਨਾ, ਉਹ ਲੋਕਾਂ ਦੀ ਸੇਵਾ ਲਈ ਆਉਂਦੇ ਆ, ਉਹ ਆਪਣੇ ਪਾਪੇ ਔਰ ਬੇਟੇ ਦੇ ਝਗੜੇ ਲਈ ਨਹੀਂ ਆਉਂਦੇ। ਇੱਥੇ ਤੇ ਕਾਂਗਰਸ ਪਾਰਟੀ ਤਾਂ ਪਿਓ ਪੁੱਤ ਦਾ ਹੀ ਮਸਲਾ ਬਣਿਆ ਪਿਆ। ਇੱਥੇ ਲੋਕਾਂ ਦਾ ਮਸਲਾ ਵੀ ਹੈ। ਲੋਕਾਂ ਦਾ ਮਸਲਾ ਤਾਂ ਸਾਰੇ ਦੱਬ ਲਏ। ਤੁਸੀਂ ਕੀ ਸਮਝਦੇ ਹੋ? ਸੋ ਅੱਜ ਤੁਸੀਂ ਮੈਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹ ਜਿਹੜੀ ਸਤਿਕਾਰਯੋਗ ਅਫਸਰ ਨੇ, ਸਾਡੀ ਭੈਣ ਨੇ ਜੋ ਇਲਜ਼ਾਮ ਲਾਏ ਸੀ, ਉਹ ਐਵੇਂ ਲਾਤੇ। ਦੁਖੀ ਸੀ ਵਿਚਾਰੀ, ਸ਼ੀ ਵਾਸ ਫਰਸਟ੍ਰੇਟਡ, ਸ਼ੀ ਵਾਸ ਦੁਖੀ ਸੀ ਕਿ ਮੇਰੀ ਕੋਈ ਸੁਣ ਨਹੀਂ। ਉਸ ਵੇਲੇ ਜੇ ਇਹ ਕਾਂਗਰਸ ਪਾਰਟੀ ਤੇ ਇਹਨਾਂ ਦੇ ਬਾਕੀ ਸਹੀ ਕੰਮ ਕਰ ਦਿੰਦੇ ਤੇ ਇਹਨਾਂ ਦੀ ਇੱਜ਼ਤ ਵਧਣੀ ਸੀ। ਅੱਜ ਉਹ ਰੌਲਾ ਇਸੇ ਲਈ ਅੱਜ ਵੀ ਬਰਕਰਾਰ। ਉਦੋਂ ਇਹਨਾਂ ਦੀ ਪੋਲਿਟਿਕਸ ਸੀ। 3000 ਸਿੱਖਾਂ ਗੁਰਸਿੱਖਾਂ ਦੀ ਕਤਲੇਆਮ ਹੋ ਗਏ ਤੇ ਉਹ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਤਾਂ ਉਹ ਤੋਂ ਬਾਅਦ ਵੀ ਵਜ਼ੀਰੀ ਮਿਲਦੀ ਰਹੀ। ਉਦੋਂ ਕਈ ਜਿਹੜੇ ਸਾਡੇ ਨਾਲ ਸੀ ਉਹ ਕਹਿੰਦੇ ਸੀ ਇਹਨਾਂ ਨੂੰ ਠੋਕੋ, ਇਹਨਾਂ ਨੂੰ ਫਾਂਸੀ ਲਾਓ। ਅੱਜ ਉਹਨਾਂ ਦੇ ਹੱਕ 'ਚ ਭੁਗਤ ਰਿਹਾ। ਅੱਜ ਉਸੇ ਸੋਨੀਆ ਗਾਂਧੀ ਦੇ ਪੈਰਾਂ 'ਚ ਆਪ ਦੀ ਪੱਗ ਰੱਖ ਰਹੇ। ਇਹ ਪੋਲਿਟਿਕਸ ਹੈ ਜੀ, ਇਹ ਹੋਰ ਕੀ ਹੈ? ਇਹੀ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ, ਮਸਲਾ ਤਾਂ ਕੁਰਸੀ ਦਾ ਹੈ। ਇਨਸਾਫ ਨਾ ਦੀ ਤਾਂ ਚੀਜ਼ ਨਹੀਂ ਰਹੀ। ਔਰ ਇਸੇ ਕਾਰਨ ਕਰਕੇ ਲੋਕਾਂ ਦੀ ਭਰੋਸਗੀ ਉੱਠ ਗਈ ਹੈ ਇਸ ਕਾਂਗਰਸ ਤੋਂ। ਆਮ ਜਨਤਾ ਤਾਂ ਇਹ ਸੋਚ ਕੇ ਵੋਟ ਪਾਉਂਦੀ ਹੈ ਨਾ ਕਿ ਇਹ ਜਾਏਗਾ, ਮੇਰੀ ਬਿਹਤਰੀ ਲਈ ਕੰਮ ਕਰੇਗਾ। ਇਹੀ ਡੈਮੋਕ੍ਰੇਸੀ ਹੈ ਜੀ। ਜਿਹੜਾ ਸਹੀ ਕੰਮ ਕਰੂਗਾ ਲੋਕਤੰਤਰ 'ਚ ਲੋਕ ਉਹਨੂੰ ਮਾਣ ਦੇਣਗੇ। ਜਿਹੜਾ ਕੋਈ ਸਹੀ ਕੰਮ ਨਹੀਂ ਕਰੂਗਾ ਲੋਕ ਉਹਨੂੰ ਬਦਲ ਦੇਣਗੇ। ਤੁਸੀਂ ਵੀ ਹੋਪਫੁਲ ਹੋ ਬਾਈ ਲਈ? ਮੈਨੂੰ ਰੱਬ ਤੇ ਵਿਸ਼ਵਾਸ ਹੈ ਔਰ ਮੈਨੂੰ ਸੱਚ ਦੇ ਵਿਸ਼ਵਾਸ ਹੈ ਔਰ ਗੁਰੂ ਕਿਰਪਾ ਕਰੂ। ਠੀਕ ਹੈ, ਕਮੀ ਪੇਸ਼ੀਆਂ ਇਨਸਾਨਾਂ ਕੋਲੋਂ ਹੁੰਦੀਆਂ, ਗਲਤੀਆਂ ਹੋਈਆਂ ਹੋਣੀਆਂ, ਪਰਮਾਤਮਾ ਬਖਸ਼ਣਹਾਰ ਹੈ। ਲੋਕ ਵੀ ਰੱਬ ਦਾ ਰੂਪ ਨੇ। ਉਹ ਜ਼ਰੂਰ ਜਿਹੜੇ ਚੰਗੇ ਕੰਮ ਕੀਤੇ। ਦੇਖੋ, ਇੱਕ ਰੋਡ ਇਨਫਰਾਸਟ੍ਰਕਚਰ 'ਚ ਅੱਜ ਪੰਜਾਬ ਪਹਿਲੇ ਨੰਬਰ ਤੇ ਪਹੁੰਚ ਗਿਆ। ਉਹ ਸਾਰਾ ਕੰਮ ਹੋਇਆ ਕਿੱਥੇ? ਅੱਜ ਬਾਦਲ ਸਾਹਿਬ ਨੇ ਕੀਤਾ। ਅੱਜ ਰੋਡ ਇਨਫਰਾਸਟ੍ਰਕਚਰ, ਰੇਲ ਇਨਫਰਾਸਟ੍ਰਕਚਰ, 에ਅਰ ਕਨੈਕਟੀਵਿਟੀ, ਇਹ ਸਾਰੇ ਪੈਮਾਨਿਆਂ 'ਚ ਉਦੋਂ ਸਾਡੀ ਸਰਕਾਰ ਵੇਲੇ ਜਿਹੜੇ ਕੰਮ ਹੋਏ ਆ। ਸ਼੍ਰੋਮਣੀ ਅਕਾਲੀ ਦਲ ਪਿੰਡਾਂ ਦੀ ਪਾਰਟੀ ਹੈ, ਧਰਮ ਦੀ ਪਾਰਟੀ ਹੈ। ਤੁਹਾਨੂੰ ਲੱਗਦਾ ਹੈ ਕਿ ਪਿਛਲੇ ਰਾਜ 'ਚ ਕੁਝ ਐਸੀਆਂ ਗਲਤੀਆਂ ਹੋਈਆਂ ਕਿ ਇਹੀ ਵੋਟਰ ਤੁਹਾਡੇ ਤੋਂ ਦੂਰ ਚਲਾ ਗਿਆ? ਦੇਖੋ, ਸ਼੍ਰੋਮਣੀ ਅਕਾਲੀ ਦਲ ਭਾਈਚਾਰਕ ਸਾਂਝ ਦੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਸੱਚੇ ਪਾਤਸ਼ਾਹ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ। ਅਸੀਂ ਭੁੱਲਣਹਾਰ ਹਾਂ, ਅਸੀਂ ਕਲਯੁਗੀ ਜੀਵ ਹਾਂ। ਹਰ ਬੰਦਾ ਕੋਸ਼ਿਸ਼ ਕਰਦਾ ਹੈ ਰੱਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਤੋਂ, ਮਗਰ ਉਹ ਤੋਂ ਗਲਤੀ ਹੋ ਜਾਂਦੀ। ਗਲਤੀ, ਕਮੀ ਪੇਸ਼ੀ ਕਬੂਲਣੀ, ਮੰਨਣਾ, ਮੈਂ ਸਮਝਦਾ ਸਾਡੀ ਜ਼ਿੰਮੇਵਾਰੀ ਬਣਦੀ। ਕੋਈ ਹੋਈਆਂ ਨੇ ਤਦੇ ਤਾਂ ਲੋਕਾਂ ਨੇ ਫੈਸਲਾ ਬਦਲਿਆ। ਉਹਨਾਂ ਲੋਕਾਂ ਨੇ ਮਾਣ ਬਖਸ਼ਿਆ, ਉਹਨਾਂ ਲੋਕਾਂ ਨੇ ਫੈਸਲਾ ਬਦਲਤਾ ਤੇ ਕਮੀ ਪੇਸ਼ੀ ਤੇ ਰਹੀ ਸੀ। ਪਿਛਲੇ ਹਫਤੇ ਇੱਕ ਤੁਹਾਡੀ ਪ੍ਰੈਸ ਕਾਨਫਰੰਸ ਸੀ, ਉਹ ਬੜੀ ਫਰੂਟਫੁਲ ਸੀਗੀ। ਪੱਤਰਕਾਰ ਵੀਰ ਇੱਕ ਨੇ ਸਵਾਲ ਕਰ ਲਿਆ ਜੀ, ਇਹ ਚੀਕੂ ਸੀਤਾਫਲ ਦੀ ਕੀ ਕਹਾਣੀ ਹੈ? ਮੈਂ ਯਾਰ, ਜੇ ਤੈਨੂੰ ਚੀਕੂ ਸੀਤਾਫਲ ਦਾ ਨਹੀਂ ਪਤਾ, ਤੇਰਾ ਪੰਜਾਬ 'ਚ ਰਹਿਣ ਦਾ ਮਤਲਬ ਕੋਈ ਨਹੀਂ। ਸਾਨੂੰ ਤਾਂ ਦੱਸ ਦਿਓ, ਮੈਨੂੰ ਵਾਕਿਆ ਹੀ ਨਹੀਂ ਪਤਾ। ਤੁਹਾਨੂੰ ਤਾਂ ਉਹ ਚੀਜ਼ ਪਤਾ ਜਿਹੜੀ ਸਾਨੂੰ ਕਿਸੇ ਨੂੰ ਨਹੀਂ ਪਤਾ। ਤੁਸੀਂ ਤਾਂ ਅੰਦਰਲੀਆਂ ਬੁੱਝ ਲੈਂਦੇ ਹੋ। ਕਾਂਗਰਸ ਮੈਨੀਫੈਸਟੋ 'ਚ ਇਹਨਾਂ ਨੂੰ ਮੈਂ ਤਾਂ ਇਹ ਬੇਨਤੀ ਕਰਦਾ, ਹੋਰ ਤਾਂ ਤੁਹਾਡੇ ਤੋਂ ਕੱਖ ਨਹੀਂ ਹੋਇਆ। ਚੀਕੂ ਸੀਤਾਫਲ ਹੀ ਖਵਾ ਦਿਓ ਲੋਕਾਂ ਨੂੰ, ਮਾਰੋ ਗੋਲੀ, ਬਾਕੀ ਗੱਲਾਂ। ਬਹੁਤ ਬਹੁਤ ਮਿਹਰਬਾਨੀ। ਵੈਸੇ ਕਰੋਨਾ 'ਚ ਜਿਹੜਾ ਨਾ ਉਹ ਕੀਵੀ ਖਾਣ ਨੂੰ ਕਿਹਾ ਜਾਂਦਾ ਹੈ, ਲੇਕਿਨ ਪੰਜਾਬ 'ਚ ਪਤਾ ਨਹੀਂ ਕਿਉਂ ਅੱਜਕੱਲ ਚਾਹੇ ਲੀਡਰ ਹੋਏ, ਚਾਹੇ ਆਮ ਆਦਮੀ ਹੋਏ, ਚਾਹੇ ਸੋਸ਼ਲ ਮੀਡੀਆ ਹੋਏ, ਸਾਰੇ ਚਰਚਾ ਜਿਹੜੀ ਕਰ ਰਹੇ ਆ ਉਹ ਚੀਕੂ ਸੀਤਾਫਲ ਦੀ ਚਰਚਾ ਕਰ ਰਹੇ ਆ। ਵਿਕਰਮ ਮਜੀਠੀਆ ਸਾਹਿਬ ਨਾਲ ਅੱਜ ਮੁੱਖ ਦੀ ਗੱਲ 'ਚ ਇੰਨਾ ਹੀ। ਪੰਜਾਬ 'ਚ ਕਿਹਦੇ ਨਾਲ ਕੀ ਸੈਟਿੰਗ ਹੈ, ਥੋੜਾ ਜਿਹਾ ਮੈਨੂੰ ਵੀ ਸਮਝ ਆ ਗਿਆ, ਸ਼ਾਇਦ ਥੋੜਾ ਜਿਹਾ ਤੁਹਾਨੂੰ ਵੀ ਸਮਝ ਆ ਹੀ ਗਿਆ ਹੋਣਾ। ਇਸ ਇੰਟਰਵਿਊ ਤੇ ਆਪਣਾ ਫੀਡਬੈਕ ਮੈਨੂੰ ਟਵਿੱਟਰ ਹੈਂਡਲ ਤੇ ਜ਼ਰੂਰ ਦੇਣਾ।